देख रहे सारे ही देश ਅਤੇ ਵਿਦੇਸ਼ਾਂ ਦੇ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਸਿੱਖਿਆ ਦੇ ਮੰਦਰ ਵਿੱਚ ਸਵਾਗਤ। ਸਾਸੰਗ ਜੀ, ਇਸ ਪ੍ਰੋਗਰਾਮ ਵਿੱਚ ਅਸੀਂ ਸਿੱਖ ਧਰਮ ਨੂੰ ਉੱਚਾ ਉਠਾਉਣ ਲਈ ਬਣੀਆਂ ਸਿੱਖਿਆਵਾਂ ਦੀ ਔਰ ਸਿੱਖਿਆ ਸੰਸਥਾਵਾਂ ਦੀ ਗੱਲ ਕਰਦੇ ਹਾਂ। ਤੇ ਅੱਜ ਮੈਨੂੰ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਪਹੁੰਚੇ ਹੋਏ ਹਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਵਿਖੇ। ਤੇ ਇਸ ਜਗ੍ਹਾ ਤੇ ਜੋ ਸੰਤ ਬਾਬਾ ਸੇਵਾ ਸਿੰਘ ਜੀ ਵੱਲੋਂ ਇੱਕ ਵਿਸ਼ਵ ਦੇ ਵਿੱਚ ਐਗਜ਼ਾਮਪਲ ਪੈਦਾ ਕੀਤੀ ਗਈ ਹੈ ਵਧੀਆ ਤੋਂ ਵਧੀਆ ਐਜੂਕੇਸ਼ਨਲ ਸੰਸਥਾਵਾਂ ਬਣਾ ਕੇ। ਤੇ ਅੱਜ ਉਹਨਾਂ ਸਾਰੀਆਂ ਸੰਸਥਾਵਾਂ ਦੇ ਕਰਾਉਣੇ ਆ ਆਪ ਜੀ ਨੂੰ ਦਰਸ਼ਨ, ਔਰ ਤੁਸੀਂ ਦੇਖੋਗੇ ਸਮਝੋਗੇ ਕਿ ਕਿੰਨੀਆਂ ਮਹਾਨ ਸੰਸਥਾਵਾਂ ਬਾਬਾ ਸੇਵਾ ਸਿੰਘ ਜੀ ਦੀ ਜਿਹੜਾ ਸੇਵਾ ਹੇਠ ਚੱਲ ਰਹੀਆਂ ਨੇ, ਔਰ ਕਿਸ ਤਰ੍ਹਾਂ ਕਾਰ ਸੇਵਾ ਵਾਲੇ ਮਹਾਂਪੁਰਸ਼ ਐਜੂਕੇਸ਼ਨ ਦੇ ਖੇਤਰ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਆ। ਤੇ ਆਓ ਨਿਕਲਦੇ ਹਾਂ ਇਸ ਟੂਰ ਤੇ। ਸਭ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਕਾਲਜ ਖਡੂਰ ਸਾਹਿਬ ਵਿੱਚ, ਔਰ ਇਸ ਜਗ੍ਹਾ ਤੇ ਦੋ ਕਾਲਜ ਚੱਲ ਰਹੇ ਨੇ। ਇੱਕ ਕਾਲਜ ਹੈ ਪੋਸਟ ਗ੍ਰੈਜੂਏਟ ਕਾਲਜ ਔਰ ਦੂਸਰਾ ਕਾਲਜ ਹੈ ਬੀਐਡ ਕਾਲਜ। ਆਓ ਕਾਲਜ ਦੇ ਅੰਦਰ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਮਹਾਂਪੁਰਸ਼ਾਂ ਵੱਲੋਂ ਸੇਵਾਵਾਂ ਇੱਥੇ ਨਿਭਾਈਆਂ ਜਾ ਰਹੀਆਂ ਹੈ, ਕਿੱਦਾਂ ਸਟੈਂਡਰਡ ਹੈ ਇਸ ਕਾਲਜ ਦਾ। ਬੱਚੇ ਔਰ ਅਧਿਆਪਕਾਂ ਦੇ ਨਾਲ ਆਪਾਂ ਮਿਲਾਂਗੇ ਤੇ ਇਹਨਾਂ ਕਾਲਜਾਂ ਦੇ ਬਾਰੇ 'ਚ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਾਂਗੇ। ਆਓ ਚੱਲੀਏ। ਸ਼੍ਰੀ ਗੁਰੂ ਅੰਗਦ ਦੇਵ ਜੀ ਕਾਲਜ ਖਡੂਰ ਸਾਹਿਬ ਦੇ ਵਿੱਚ ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ। ਤੇ ਇਸ ਕਾਲਜ ਦੇ ਵਿੱਚ ਕਿਹੜੀਆਂ-ਕਿਹੜੀਆਂ ਸੇਵਾਵਾਂ ਚੱਲਦੀਆਂ ਨੇ, ਕਿਹੜੇ-ਕਿਹੜੇ ਡਿਗਰੀ ਕੋਰਸ ਹੁੰਦੇ ਆ, ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਦੇਣ ਲਈ ਸਾਡੇ ਨਾਲ ਨੇ ਪ੍ਰੋਫੈਸਰ ਹਰਮੀਤ ਕੌਰ ਜੀ ਜੋ ਕਿ ਪੰਜਾਬੀ ਵਿਭਾਗ ਦੇ ਵਿੱਚ ਹੈ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੀਆਂ-ਕਿਹੜੀਆਂ ਸੇਵਾਵਾਂ ਹੈ ਜਿਹੜੀਆਂ ਇਸ ਜਗ੍ਹਾ ਤੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਨੇ? ਖਾਸ ਤੁਹਾਡੇ ਕਾਲਜ ਦੀਆਂ ਅਚੀਵਮੈਂਟਸ ਕੀ ਹੈ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਮੈਂ ਇਸ ਕਾਲਜ ਦੇ ਇਤਿਹਾਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇਵਾਂ ਤੇ ਮੈਂ ਬਹੁਤੀ ਵਿਸਥਾਰ 'ਚ ਨਹੀਂ ਜਾਵਾਂਗੀ। 1970 ਦੇ ਵਿੱਚ ਬਾਬਾ ਉੱਤਮ ਸਿੰਘ ਜੀ, ਜੋ ਕਿ ਖਡੂਰ ਸਾਹਿਬ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ, ਚਾਹੇ ਉਹ ਕਾਰ ਸੇਵਾ ਸੰਸਥਾਵਾਂ ਨੇ, ਚਾਹੇ ਉਹ ਵਿਦਿਅਕ ਸੰਸਥਾਵਾਂ ਨੇ, ਉਹਨਾਂ ਦੇ ਉਹ ਰਹਿਨੁਮਾ ਰਹੇ ਨੇ। 1970 ਦੇ ਵਿੱਚ ਉਹਨਾਂ ਨੇ ਇਸ ਕਾਲਜ ਦਾ ਬੂਟਾ ਲਾਇਆ ਸੀਗਾ, ਜੋ ਕਿ ਅੱਜ ਵੱਧ ਫੁੱਲ ਰਿਹਾ ਹੈ, ਆਪਣਾ ਸੋਹਣਾ ਫਲ ਸਾਨੂੰ ਦੇ ਰਿਹਾ ਹੈ ਕਿ ਇਲਾਕੇ ਦੇ ਲੋਕਾਂ ਦੇ ਵਿੱਚ ਇਹਦਾ ਚੰਗਾ ਨਾਮ ਹੈ। ਤੇ ਜੇ ਮੈਂ ਇਸ ਕਾਲਜ ਦੀ ਹੁਣ ਇਹ ਕਾਲਜ ਜਿਹੜਾ ਆ ਉਹ ਬਾਬਾ ਸੇਵਾ ਸਿੰਘ ਜੀ, ਜੋ ਕਿ ਕਾਰ ਸੇਵਾ ਦੇ ਹੁਣ ਮੁੱਖ ਸਰਪ੍ਰਸਤ ਨੇ, ਉਹ ਇਸ ਸੰਸਥਾ ਦੇ ਮੁਖੀ ਦੇ ਤੌਰ ਤੇ ਇਹਦਾ ਪ੍ਰਬੰਧ ਕਰ ਰਹੇ ਨੇ। ਤੇ ਇਸ ਕਾਲਜ ਦੇ ਵਿੱਚ ਜਿਹੜਾ ਆ ਉਹ ਜੇ ਅਸੀਂ ਗਰਾਊਂਡ ਲੈਵਲ ਤੇ ਦੇਖੀਏ ਤੇ 11ਵੀਂ ਤੇ 12ਵੀਂ ਦੀਆਂ ਜਿਹੜੀਆਂ ਜਮਾਤਾਂ ਨੇ ਉਹ ਹਰ ਵਿਸ਼ੇ ਦੀਆਂ ਨੇ। 11ਵੀਂ 12ਵੀਂ ਦੇ ਵਿੱਚ ਸਾਡੇ ਕੋਲੇ 11ਵੀਂ 'ਚ ਆਰਟਸ, ਕਾਮਰਸ ਤੇ ਨਾਨ ਮੈਡੀਕਲ ਵਿਸ਼ੇ ਨੇ। ਪਲੱਸ 2 ਦੇ ਵਿੱਚ ਵੀ ਸਾਡੇ ਕੋਲੇ ਨਾਨ ਮੈਡੀਕਲ ਤੇ ਜਿਹੜੀ ਆਰਟਸ ਵਿਸ਼ੇ ਉਹ ਪੜ੍ਹਾਏ ਜਾ ਰਹੇ ਨੇ। ਗ੍ਰੈਜੂਏਸ਼ਨ ਪੱਧਰ ਤੇ ਸਾਡੇ ਕੋਲੇ BA ਹੈ, BSc ਇਕਨੋਮਿਕਸ ਹੈ, ਨਾਨ ਮੈਡੀਕਲ ਹੈ, ਇਸ ਤੋਂ ਬਿਨਾਂ BCom ਹੈ, ਫੈਸ਼ਨ ਡਿਜ਼ਾਈਨਿੰਗ ਦੇ ਵਿਸ਼ੇ ਪੜ੍ਹਾਏ ਜਾ ਰਹੇ ਨੇ। ਡਿਪਲੋਮੇ ਦੇ ਵਿੱਚ ਸਾਡੇ ਕੋਲੇ RAC ਹੈ, ਇਲੈਕਟ੍ਰੀਸ਼ੀਅਨ ਹੈ, ਤੇ ਨਾਲ ਦੀ ਨਾਲ ਸਟਿਚਿੰਗ ਐਂਡ ਟੇਲਰਿੰਗ ਦਾ ਡਿਪਲੋਮਾ ਵੀ ਜਿਹੜਾ ਆ ਉਹ ਇਸ ਇਲਾਕੇ ਦੀ ਨਬਜ਼ ਨੂੰ ਸਮਝਦੇ ਹੋਏ ਕਿ ਅਸੀਂ ਮਤਲਬ ਕਿ ਬੱਚਿਆਂ ਨੂੰ ਸਕਿੱਲ ਪੱਧਰ ਤੇ ਵੀ ਅਸੀਂ ਉਹਨਾਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਉਹ ਲੜਕੀਆਂ ਨੂੰ ਖਾਸ ਤੌਰ ਤੇ ਉਹ ਸਟਿਚਿੰਗ ਐਂਡ ਟੇਲਰਿੰਗ ਦਾ ਜਿਹੜਾ ਕੋਰਸ ਕਰਾਇਆ ਜਾ ਰਿਹਾ ਹੈ। ਪੋਸਟ ਗ੍ਰੈਜੂਏਸ਼ਨ ਪੱਧਰ ਤੇ ਸਾਡੇ ਕੋਲੇ MA ਪੰਜਾਬੀ ਦਾ ਵਿਸ਼ਾ ਪੜ੍ਹਾਇਆ ਜਾ ਰਿਹਾ ਹੈ। MSc ਕੰਪਿਊਟਰ ਸਾਇੰਸ ਕਰਾਈ ਜਾ ਰਹੀ ਹੈ। ਕੰਪਿਊਟਰ ਸਾਇੰਸ ਦਾ ਵੀ ਇੱਕ ਬੜਾ ਵੱਡਾ ਸਾਡੇ ਕੋਲੇ ਇੱਕ ਵਿਭਾਗ ਹੈ ਜਿਹਦੇ ਵਿੱਚ BCA ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਨੇ, MSc ਕਰਾਈ ਜਾ ਰਹੀ ਹੈ, DCA ਦੇ ਡਿਪਲੋਮੇ ਕਰਾਏ ਜਾ ਰਹੇ ਨੇ। ਤੇ ਜੇ ਮੈਂ ਕਾਲਜ ਦੀਆਂ ਸੱਭਿਆਚਾਰਕ, ਵਿਦਿਅਕ ਤੇ ਹੋਰ ਜਿਹੜੀਆਂ ਖੇਡਾਂ ਦੇ ਖੇਤਰ ਦੀਆਂ ਪ੍ਰਾਪਤੀਆਂ ਨੇ, ਮੇਰੇ ਖਿਆਲ ਨਾਲ ਇਹ ਸਮਾਂ ਸਾਡੇ ਕੋਲ ਘੱਟ ਹੈ ਕਿ ਪ੍ਰਾਪਤੀਆਂ ਬਹੁਤ ਅਣਗਿਣਤ ਨੇ ਕਿ ਮਾਣਮੱਤਾ ਇਤਿਹਾਸ ਰਿਹਾ ਹੈ ਸਾਡੇ ਕਾਲਜ ਦਾ। ਤੇ ਸੱਭਿਆਚਾਰਕ ਖੇਤਰ ਦੇ ਵਿੱਚ ਅਸੀਂ ਪਿਛਲੇ ਵਰੇ ਹੀ ਇੱਥੇ ਯੂਥ ਫੈਸਟੀਵਲ ਆਰਗੇਨਾਈਜ਼ ਕੀਤਾ ਸੀਗਾ, ਜਿਹੜਾ ਕਿ ਦੂਰ ਦੂਰ ਤੱਕ ਉਹਦਾ ਇੱਕ ਨਾਮ, ਅਸੀਂ ਕਾਲਜ ਦਾ ਨਾਮ ਰੌਸ਼ਨ ਹੁੰਦੇ ਦੇਖਿਆ ਹੈ। ਚੰਗਾ ਇਤਿਹਾਸ ਰਿਹਾ ਖੇਡਾਂ ਦੇ ਖੇਤਰ ਵਿੱਚ, ਜਿੱਥੇ ਸਾਡੀ ਕੋਲੇ ਕਬੱਡੀ ਦੀਆਂ ਹੋਰ ਟੀਮਾਂ ਨੇ, ਉਹਦੇ ਵਿੱਚ ਜਿੱਥੇ ਅੰਤਰ ਯੂਨੀਵਰਸਿਟੀ ਮੁਕਾਬਲਿਆਂ 'ਚ ਅਸੀਂ ਮੋਹਰੀ ਰਹੇ ਹਾਂ, ਉੱਥੇ ਜਿਹੜੇ ਯੂਨੀਵਰਸਿਟੀ ਦੇ ਆਪਸੀ ਮੁਕਾਬਲੇ ਉਹਨਾਂ ਵਿੱਚ ਵੀ ਕਾਲਜ ਦਾ ਵੱਡਾ ਨਾਮ ਰਿਹਾ ਹੈ।
ਤੇ ਵਿੱਦਿਅਕ ਖੇਤਰ ਦੇ ਵਿੱਚ ਹਰ ਵਰੇ ਸਾਡੇ ਕੋਲੇ ਬੱਚੇ ਜਿਹੜੇ ਉਹ ਮੈਰਿਟ 'ਚ ਆਉਂਦੇ ਨੇ ਤੇ ਬਾਬਾ ਜੀ ਵੱਲੋਂ ਇਹ ਖਾਸ ਵਿਵਸਥਾ ਰਹਿੰਦੀ ਹੈ ਕਿ ਜਿਹੜੇ ਬੱਚੇ ਮੈਰਿਟ 'ਚ ਆਉਂਦੇ ਨੇ ਉਹਨਾਂ ਕੋਲੋਂ ਕੋਈ ਵੀ ਜਿਹੜੀ ਫੀਸ ਹੈ ਉਹ ਚਾਰਜ ਨਹੀਂ ਕੀਤੀ ਜਾਂਦੀ, ਸਿਰਫ ਯੂਨੀਵਰਸਿਟੀ ਦੀ ਫੀਸ ਲਈ ਜਾਂਦੀ ਹੈ। ਇਹਦਾ ਮੁੱਖ ਕਾਰਨ ਕੀ ਹੈ ਕਿ ਬੱਚਿਆਂ ਵਿੱਚ ਉਤਸ਼ਾਹ ਪੈਦਾ ਕੀਤਾ ਜਾਵੇ ਕਿ ਜੋ ਬੱਚੇ ਮੋਰਲੀ ਕਤਾਰ 'ਚ ਆ ਰਹੇ ਨੇ ਉਹਨਾਂ ਨੂੰ ਜੇ ਇਹ ਸੇਵਾਵਾਂ ਮਿਲ ਸਕਦੀਆਂ ਨੇ, ਅਸੀਂ ਉਹ ਸੇਵਾਵਾਂ ਕਿਉਂ ਨਹੀਂ ਲੈ ਸਕਦੇ। ਜੇ ਅਸੀਂ ਵਿਦਿਆਰਥੀਆਂ ਦੀ ਉਹਨਾਂ ਦੇ ਨੈਤਿਕ ਤੌਰ 'ਤੇ ਉਹਨਾਂ ਦਾ ਚੰਗਾ ਚਰਿੱਤਰ ਬਿਲਡ ਕਰਨ ਦੀ ਗੱਲ ਕਰੀਏ ਤਾਂ ਇੱਥੇ ਸਾਡੇ ਕੋਲੇ NSS ਜਿਹਦੇ ਵਿੱਚ ਅਸੀਂ ਵਾਤਾਵਰਨ ਦੀ ਸਾਂਭ ਸੰਭਾਲ, ਕਿਉਂਕਿ ਬਾਬਾ ਜੀ ਦਾ ਮੁੱਖ ਜਿਹੜਾ ਇੱਥੇ ਜਿਹੜਾ ਕੰਮ ਹੈ, ਤੁਸੀਂ ਆਏ ਹੋਵੋਗੇ ਖਡੂਰ ਸਾਹਿਬ ਦਾ ਆਲਾ ਦੁਆਲਾ ਤੱਕਿਆ ਹੋਏਗਾ ਕਿ ਕਿੰਨਾ ਹਰਿਆ ਭਰਿਆ ਬਾਗ ਹੈ, ਹਰੇ ਭਰੇ ਦਰਖਤ ਨੇ, ਰੋਡਾਂ ਦੇ ਆਸ-ਪਾਸ ਕਿੰਨੇ ਰੁੱਖ ਬੂਟੇ ਲੱਗੇ ਹੋਏ ਨੇ। ਸੋ ਉਹ ਇਸ ਤਾਸੀਰ ਨੂੰ ਬੱਚਿਆਂ 'ਚ ਜਿੰਦਾ ਰੱਖਣ ਦੇ ਲਈ NSS ਵੱਲੋਂ ਜਿਹੜਾ ਆ ਉਹ ਮੌਕੇ ਦੇ ਮੌਕੇ ਕੈਂਪ ਲਾਏ ਜਾਂਦੇ ਨੇ। ਕਾਲਜ ਦੇ ਚੌਗਿਰਦੇ ਦੀ ਸਫਾਈ ਹੁੰਦੀ ਹੈ ਤੇ ਇਹਦੇ ਨਾਲ ਕੀ ਹੈ, ਉਹਨਾਂ ਵਿੱਚ ਇੱਕ ਤੇ ਨੈਤਿਕ ਕਦਰਾਂ ਕੀਮਤਾਂ ਵੀ ਪੈਦਾ ਹੁੰਦੀਆਂ ਨੇ, ਨਾਲ ਦੀ ਨਾਲ ਉਹਨਾਂ ਵਿੱਚ ਸੇਵਾ ਭਾਵਨਾ ਵੀ ਜਿਹੜੀ ਉਹ ਪੈਦਾ ਹੁੰਦੀ ਹੈ, ਜੋ ਕਿ ਇਹ ਖਡੂਰ ਸਾਹਿਬ ਦੀ ਧਰਤੀ ਦੀ ਮੁੱਖ ਤਾਸੀਰ ਹੈ। ਬਹੁਤ ਵਧੀਆ ਜੀ, ਤੁਸੀਂ ਸਾਨੂੰ ਇਹ ਸਾਰੀਆਂ ਚੀਜ਼ਾਂ ਇਸ ਕਾਲਜ ਦੇ ਬਾਰੇ ਦੱਸੀਆਂ ਤੇ ਇਸ ਜਗ੍ਹਾ ਤੋਂ ਇਸ ਕੈਂਪਸ ਦੇ ਵਿੱਚੋਂ ਹੋਰ ਕਿਹੜੀਆਂ ਇੰਸਟੀਟਿਊਸ਼ਨ ਚੱਲਦੀਆਂ ਉਹਨਾਂ ਦੀ ਸੰਖੇਪ ਜਾਣਕਾਰੀ ਦਿਓ, ਕਿਉਂਕਿ ਉਹਨਾਂ ਦਰਸ਼ਕਾਂ ਨੂੰ ਸਾਰਿਆਂ ਦੇ ਪ੍ਰਿੰਸੀਪਲਸ ਦੇ ਨਾਲ ਅਸੀਂ ਮਿਲਾਉਣਾ ਹੈ ਤੇ ਦਰਸ਼ਕੋ ਅਸੀਂ ਹੋਰ ਵੀ ਦੇਖਾਂਗੇ। ਬਹੁਤ ਵੱਡਾ ਕੈਂਪਸ ਹੈ, ਇਸ ਦੇ ਵਿੱਚ ਕਿਹੜੀਆਂ ਹੋਰ ਸੇਵਾਵਾਂ ਚੱਲ ਰਹੀਆਂ ਨੇ। ਜਿਸ ਤਰ੍ਹਾਂ ਇੱਕ ਡਿਗਰੀ ਕਾਲਜ ਦੀ ਗੱਲ ਭੈਣ ਹਰਮੀਤ ਕੌਰ ਹੋਰਾਂ ਕੀਤੀ ਹੈ ਤੇ ਬਾਕੀ ਦੀਆਂ ਸਾਰੀਆਂ ਜਗ੍ਹਾ ਵੀ ਅਸੀਂ ਵਿਖਾਉਣ ਵਾਲੇ ਹਾਂ। ਬਸ ਥੋੜੀ ਜੀ ਕਰੋ ਵੇਟ। ਤੇ ਹੋਰ ਕਿਹੜੀਆਂ ਸੰਸਥਾਵਾਂ? ਮੈਂ ਜੇ ਜ਼ਿਕਰ ਕਰਾਂ ਤੇ ਸਾਡੇ ਨਾਲ ਹੀ ਕਾਲਜ ਹੈ, B.Ed ਕਾਲਜ ਹੈ, ਸ਼੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ। ਉਹਨਾਂ ਦਾ ਇਤਿਹਾਸ ਤੁਸੀਂ ਜਦ ਉਹਨਾਂ ਦੇ ਮੂੰਹੋਂ ਜਾਣੋਗੇ ਤੇ ਤੁਹਾਨੂੰ ਹੋਰ ਵੀ ਹੈਰਾਨੀ ਹੋਏਗੀ ਕਿ ਜੇ ਇਸ ਡਿਗਰੀ ਕਾਲਜ ਦਾ ਮਾਣਮੱਤਾ ਇਤਿਹਾਸ ਹੈ ਤੇ ਉਹਦਾ ਵੀ ਇਤਿਹਾਸ ਜਿਹੜਾ ਉਹ ਗਿਣਨਯੋਗ ਹੈ। ਸੋ ਇਹਨਾਂ ਨਾਲ ਸਾਡਾ ਹਰ ਵਰੇ ਅਸੀਂ ਰਾਬਤੇ ਨਾਲ ਚੱਲਦੇ ਹਾਂ ਤੇ ਇਹਨਾਂ ਦੀਆਂ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਨੇ, ਜੋ ਕਿ ਇਹ ਇੱਕ ਸਾਂਝਾ ਮੰਚ ਹੈ ਜਿੱਥੋਂ ਬੱਚਿਆਂ ਨੂੰ ਗਿਆਨ, ਕਦਰਾਂ ਕੀਮਤਾਂ, ਨੈਤਿਕਤਾ ਅਤੇ ਧਾਰਮਿਕ ਤੌਰ 'ਤੇ ਜਿਹੜਾ ਉਹ ਉੱਚ ਪਾਏ ਦੇ ਇਨਸਾਨ ਬਣਾਇਆ ਜਾਂਦਾ ਹੈ। ਸੋ ਮੈਂ ਖੁਦ ਇਸ ਕਾਲਜ ਦੀ ਵਿਦਿਆਰਥੀ ਰਹੀ ਹਾਂ ਤੇ ਇਸ ਕਾਲਜ ਦੀ ਵਿਦਿਆਰਥੀ ਹੋ ਕੇ ਅਧਿਆਪਕ ਦੇ ਤੌਰ 'ਤੇ ਪੜ੍ਹਾਉਣਾ ਇੱਕ ਬੜੀ ਮਾਣ ਵਾਲੀ ਗੱਲ ਮਹਿਸੂਸ ਹੁੰਦੀ ਹੈ। ਮੈਂ ਇਹ ਵੀ ਦੱਸਣਾ ਚਾਹਾਂਗੀ ਇੱਥੇ ਕਿ ਅਸੀਂ ਜਦੋਂ MA 'ਚ ਮੈਂ MA ਦੀ ਵਿੱਦਿਆ ਇੱਥੋਂ ਪ੍ਰਾਪਤ ਕੀਤੀ ਹੈ, ਮੇਰਾ ਇਸ ਕਾਲਜ ਨਾਲ ਬੜਾ ਘਰ ਵਰਗਾ ਲਗਾਓ ਹੈ, ਕਿਉਂਕਿ ਅਸੀਂ ਵਿਦਿਆਰਥੀ ਰਹੇ ਹਾਂ ਇੱਥੋਂ ਦੇ ਤੇ ਇਸ ਨੂੰ ਵੱਧਦੇ ਫੁੱਲਦੇ ਅਸੀਂ ਆਪਣੀਆਂ ਅੱਖਾਂ ਨਾਲ ਤੱਕਿਆ ਹੈ। ਅੱਜ ਜਦੋਂ ਇਲਾਕੇ ਦੇ ਲੋਕ ਇਸ ਕਾਲਜ ਦੀ ਸਿਫਤ ਕਰਦੇ ਨੇ ਤਾਂ ਆਪਣੇ ਅੰਦਰ ਬੜਾ ਮਾਣ ਪੈਦਾ ਹੁੰਦਾ ਹੈ ਤੇ ਨਾਲ ਦੀ ਨਾਲ ਅਸੀਂ ਬਾਬਾ ਜੀ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿੱਥੇ ਇਸ ਵਾਤਾਵਰਨ ਨੂੰ ਸਾਂਭ ਸੰਭਾਲ ਲਈ ਚੰਗੇ ਉਦਮ ਕਦਮ ਉਠਾਏ ਨੇ, ਨਾਲ ਦੀ ਨਾਲ ਉਹ ਵਿੱਦਿਆ ਦੇ ਖੇਤਰ 'ਚ ਹਰ ਬੱਚੇ ਨੂੰ ਅਗਾਂਹ ਲੈ ਕੇ ਆਉਣ ਦੀ ਉਹਨਾਂ ਦੀ ਇੱਕ ਬੜੀ ਉੱਚੀ ਤੇ ਸੁੱਚੀ ਸੋਚ ਹੈ, ਸੱਚੀ ਭਾਵਨਾ ਹੈ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਵਿਦਿਆਰਥੀ ਜੋ ਚੰਗਾ ਪੜ੍ਹ ਸਕਦੇ ਨੇ, ਤੁਸੀਂ ਨਿਸ਼ਾਨੇ ਸਿੱਖੀ ਜਾਓਗੇ ਉੱਥੇ ਬੱਚਿਆਂ ਨੂੰ ਜਿਹੜਾ NDA ਦੀ ਤਿਆਰੀ ਕਰਾਈ ਜਾ ਰਹੀ ਹੈ ਜਾਂ ਹੋਰ ਜਿਹੜੀਆਂ ਪ੍ਰੋਫੈਸ਼ਨਲ ਕੋਰਸਿਸ ਨੇ ਜਾਂ ਰਿਲੀਜੀਅਸ ਸਟੱਡੀ ਦਾ ਡਿਪਲੋਮਾ ਹੈ ਉਹ ਮੁਫਤ ਜਿਹੜਾ ਕਰਾਇਆ ਜਾਂਦਾ ਹੈ ਕਿ ਉਹ 5 ਸਾਲ ਦੀ ਮੇਰੇ ਖਿਆਲ ਦੇ ਨਾਲ ਉਹ ਇੱਕ ਪੂਰਾ ਬੈਚ ਗਰੁੱਪ ਹੈ, ਪੜ੍ਹਾਈ ਦਾ ਇੱਕ ਪ੍ਰਬੰਧ ਹੈ ਕਿ ਜਿਹਦੇ ਵਿੱਚ ਉੱਥੋਂ ਹੀ ਬੱਚੇ ਨਿਕਲ ਕੇ ਫਿਰ ਯੂਨੀਵਰਸਿਟੀ ਕਲਾਸਾਂ ਲਾਉਣ ਜਾਂਦੇ ਨੇ। ਉਹਨਾਂ ਨੂੰ ਬਕਾਇਦਾ ਬੱਸ ਦੀ ਫੈਸਿਲਿਟੀ ਦਿੱਤੀ ਜਾਂਦੀ ਹੈ, ਰਿਹਾਇਸ਼ ਦਿੱਤੀ ਜਾ ਰਹੀ ਹੈ। ਉੱਥੇ ਤੁਸੀਂ ਜਾਓਗੇ, ਤੁਸੀਂ ਬਹੁਤ ਸਾਰੇ ਬੱਚਿਆਂ ਨੂੰ ਮਿਲੋਗੇ ਕਿ ਉਹ ਬੱਚੇ ਇਸ ਵਕਤ PhD 'ਚ ਇਨਰੋਲ ਨੇ ਕਿ ਇੱਥੋਂ ਤੱਕ ਬਾਬਾ ਜੀ ਦਾ ਜਿਹੜਾ ਉਹ ਪ੍ਰਬੰਧ ਹੈ ਕਿ ਬੱਚਿਆਂ ਨੂੰ ਵਿੱਦਿਆ ਦੇ ਪੱਧਰ 'ਤੇ ਪੂਰੇ ਪ੍ਰਫੁੱਲਤ ਕਰਨ ਦੇ ਲਈ ਉਹ ਆਪਣੀਆਂ ਸੇਵਾਵਾਂ, ਆਪਣਾ ਆਰਥਿਕ ਸਪੋਰਟ, ਹਰ ਤਰ੍ਹਾਂ ਦੀ ਮਦਦ ਜਿਹੜੀ ਆ ਉਹ ਸਾਨੂੰ ਦਿੰਦੇ ਨੇ। ਸੋ ਮੈਂ ਕਹਿੰਦੀ ਹਾਂ ਕਿ ਇੱਕ ਖਡੂਰ ਸਾਹਿਬ ਦੇ ਵਾਸੀ, ਇਲਾਕੇ ਦੇ ਵਾਸੀ ਹੋਣ ਦੇ ਨਾਤੇ ਸਾਨੂੰ ਬੜਾ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਇਹ ਵਿੱਦਿਅਕ ਸੰਸਥਾਵਾਂ ਜਿਹੜੀਆਂ ਇਹ ਦੋ ਤੁਸੀਂ ਵਿੱਦਿਅਕ ਸੰਸਥਾਵਾਂ ਦੇਖ ਰਹੇ ਹੋ, ਇਹ ਲੋਕਾਂ ਦੀ ਸੇਵਾ ਨਾਲ ਬਣੀਆਂ ਨੇ ਕਿ ਇਹ ਇੱਕ ਇੱਟ ਜਿਹੜੀ ਹੈ ਇੱਥੋਂ ਦੇ ਇਲਾਕੇ ਦੇ ਲੋਕਾਂ ਨੇ ਆਪਣੇ ਹੱਥਾਂ ਨਾਲ ਲਾਈ ਹੈ। ਸੋ ਜੇ ਇਹ ਵਿੱਦਿਆ ਦਾ ਚਾਨਣ ਦੇ ਰਹੀ ਹੈ ਤੇ ਮੇਰੇ ਖਿਆਲ ਨਾਲ ਇਹ ਸਾਰੇ ਇਲਾਕੇ ਦੇ ਲੋਕਾਂ ਦੀਆਂ ਦੁਆਵਾਂ ਕਹਿ ਸਕਦੇ ਹਾਂ, ਸਟਾਫ ਮੈਂਬਰਸ ਦੀ ਮਿਹਨਤ ਕਹਿ ਸਕਦੇ ਹਾਂ ਤੇ ਸਭ ਤੋਂ ਵੱਡੀ ਗੱਲ ਕਿ ਬਾਬਾ ਜੀ ਦੀ ਇੱਕ ਉੱਚ ਪਾਏ ਦੀ ਸਰਪ੍ਰਸਤੀ ਕਹਿ ਸਕਦੇ ਹਾਂ ਕਿ ਜਿਹਦੇ ਤਹਿਤ ਇਹ ਜਿਹੜੀਆਂ ਵਿੱਦਿਅਕ ਸੰਸਥਾਵਾਂ ਉਹ ਵੱਧ ਫੁੱਲ ਰਹੀਆਂ ਨੇ। ਸੋ ਮੇਰੇ ਖਿਆਲ ਨਾਲ ਮੈਂ ਜਿੰਨਾ ਵੀ ਇਹਨਾਂ ਸੰਸਥਾਵਾਂ ਦੇ ਬਾਰੇ ਬਾਬਾ ਜੀ ਦਾ ਸਮਰਪਣ ਉਹਦੇ ਬਾਰੇ ਬੋਲਾਂ, ਸ਼ਾਇਦ ਉਹ ਉਨੇ ਹੀ ਲਫ਼ਜ਼ ਜਿਹੜੇ ਉਹ ਥੋੜ੍ਹੇ ਪੈਣਗੇ। ਸੋ ਅਗਲੀ ਗੱਲ ਇਹ ਸੀ ਸਾਡੇ ਨਾਲ ਭੈਣ ਹਰਮੀਤ ਕੌਰ ਜੀ, ਜਿਹੜੇ ਸਾਨੂੰ ਅੱਜ ਸਾਡਾ ਜੋ ਐਜੂਕੇਸ਼ਨਲ ਟੂਰ ਚੱਲ ਰਿਹਾ ਹੈ ਗੁਰਦੁਆਰਾ ਸ਼੍ਰੀ ਖਡੂਰ ਸਾਹਿਬ ਔਰ ਬਾਬਾ ਸੇਵਾ ਸਿੰਘ ਜੀ ਵੱਲੋਂ ਚਲਾਈਆਂ ਸੇਵਾਵਾਂ ਦਾ, ਉਹਦੇ 'ਤੇ ਵਿਚਾਰਾਂ ਦੀ ਸਾਂਝ। ਤੇ ਆਓ ਹੁਣ ਅੱਗੇ ਚੱਲਣਾ ਹੈ ਅਸੀਂ B.Ed ਕਾਲਜ ਦੇ ਵਿੱਚ, ਗੁਰੂ ਅੰਗਦ ਦੇ B.Ed ਕਾਲਜ ਹੈ ਜਿਹੜਾ, ਉਹਨਾਂ ਦੇ ਨਾਲ ਵੀ ਕਰਕੇ ਗੱਲ ਉਹਨਾਂ ਤੋਂ ਜਾਣਦੇ ਹਾਂ ਜੀ।
ਸਤਸੰਗ ਜੀ, ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ ਵਿੱਚ ਤੇ ਮੇਰੇ ਨਾਲ ਨੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਸਿਮਰਪ੍ਰੀਤ ਕੌਰ ਜੀ ਤੇ ਅਸੀਂ ਭੈਣ ਸਭ ਸਿਮਰਪ੍ਰੀਤ ਕੌਰ ਜੀ ਤੋਂ ਜਾਣਨਾ ਹੈ ਇਸ ਕਾਲਜ ਦੀਆਂ ਪ੍ਰਾਪਤੀਆਂ, ਕੁਆਲੀਫਿਕੇਸ਼ਨ ਔਰ ਇਸ ਦੀਆਂ ਅਚੀਵਮੈਂਟਸ ਕੀ ਨੇ ਤੇ ਆਓ ਕਰਦੇ ਹਾਂ ਵਿਚਾਰਾਂ ਦੀ ਸਾਂਝ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਤੁਹਾਡਾ ਬੀਐਡ ਕਾਲਜ ਹੈ, ਕਾਲਜ ਆਫ ਐਜੂਕੇਸ਼ਨ, ਇਹ ਕਾਲਜ ਕਿਸ ਤਰ੍ਹਾਂ ਸਟਾਰਟ ਹੋਇਆ, ਕੀ ਇਸ ਦੀਆਂ ਅਚੀਵਮੈਂਟਸ ਹੈ, ਵਾਟ ਇਜ਼ ਡਿਫਰੈਂਸ ਦੈਨ ਦੀ ਅਦਰ ਕਾਲਜਸ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬਤੌਰ ਪ੍ਰਿੰਸੀਪਲ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ ਸੇਵਾ ਨਿਭਾ ਰਹੀ ਹਾਂ। ਇਸ ਸੰਸਥਾ ਬਾਰੇ ਮੈਂ ਤੁਹਾਨੂੰ ਜਾਣੂ ਕਰਵਾਉਣਾ ਚਾਹੁੰਦੀ ਹਾਂ ਕਿ ਇਹ ਸੰਸਥਾ 2005 ਵਿੱਚ ਸਥਾਪਿਤ ਕੀਤੀ ਗਈ ਜੀ। ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਦੇ ਉਦਮ ਨਾਲ ਇਹ ਸੰਸਥਾ ਜਿਹੜੀ ਹੈਗੀ ਸਥਾਪਿਤ ਕੀਤੀ ਗਈ ਜੀ। ਤੇ ਇਹ ਸੰਸਥਾ ਜਿਹੜੀ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ 500 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੈ। ਜੀ। ਜਿਸ ਤਰ੍ਹਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਮੁਖੀ ਲਿਪੀ ਦਾ ਜਿਹੜਾ ਹੈਗਾ ਇੱਥੋਂ ਹੀ ਉਹਨਾਂ ਨੇ ਸਟਾਰਟ ਕੀਤਾ ਤੇ ਉਸ ਮੰਤਵ ਨਾਲ ਹੀ ਇੱਥੋਂ ਅਧਿਆਪਕ ਦੀ ਸਿਰਜਣਾ ਕਰਨ ਹੇਤੂ ਬਾਬਾ ਸੇਵਾ ਸਿੰਘ ਜੀ ਨੇ ਇੱਥੇ ਇਸ ਸੰਸਥਾ ਨੂੰ ਸਥਾਪਿਤ ਕੀਤਾ। ਸੋ ਇਹ ਸੰਸਥਾ ਬੀਐਡ ਤੇ ਡੀਐਲਐਡ ਦੋ ਕੋਰਸ ਲਾ ਰਹੀ ਹੈ। ਸੋ ਇਹ ਸੰਸਥਾ ਜਿਹੜੀ ਹੈ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜਿਹੜੀ ਹੈ ਉਹਦੇ ਨਾਲ ਅਫੀਲੀਏਟਡ ਹੈ। ਜੀ। ਇਸ ਸੰਸਥਾ 'ਚ ਐਟ ਪ੍ਰੈਜ਼ੈਂਟ ਜਿਹੜਾ ਹੈ 50 ਸਟੂਡੈਂਟਸ ਪਰ ਈਅਰ ਜਿਹੜਾ ਹੈ ਉਹ ਬੀਐਡ ਦੇ ਔਰ 50 ਸਟੂਡੈਂਟ ਜਿਹੜੇ ਹੈਗੇ ਡੀਐਲਐਡ ਦੇ ਜਿਹੜੇ ਹੈਗੇ ਉਹਨਾਂ ਦੀ ਐਨਰੋਲਮੈਂਟ ਹੁੰਦੀ ਹੈ। ਇੱਥੇ ਮੇਨ ਜਿਹੜਾ ਹੈ ਟੀਚਰਸ ਪ੍ਰਿਪੇਅਰ ਕਰਨਾ। ਟੀਚਰਸ ਦੀ ਅਗਰ ਗੱਲ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਟੀਚਰ ਜਿਹੜਾ ਹੁੰਦਾ ਹੈ ਨਾ ਉਹ ਆਪਾਂ ਕਹਿੰਦੇ ਕਿ ਉਹ ਫਿਊਚਰ ਮੇਕਰ ਹੈ। ਠੀਕ ਹੈ, ਜਿਸ ਤਰ੍ਹਾਂ ਦੇ ਟੀਚਰਸ ਹੋਣਗੇ ਉਹ ਉਸੇ ਤਰ੍ਹਾਂ ਦੀਆਂ ਜਨਰੇਸ਼ਨਸ ਨੂੰ ਕ੍ਰੀਏਟ ਕਰਨਗੇ। ਠੀਕ ਹੈ, ਓਨੇ ਹੀ ਸਕਾਲਰਸ ਨੂੰ ਕ੍ਰੀਏਟ ਕਰਨਗੇ। ਸੋ ਇੱਕ ਤਾਂ ਇਹ ਆਸਪੈਕਟ ਆ ਜਾਂਦਾ ਕਿ ਇਹ ਸੰਸਥਾ ਉਸ ਚੀਜ਼ ਨੂੰ ਲੈ ਕੇ ਪਲੱਸ ਜਿਹੜਾ ਮਾਡਰਨ ਜਿਹੜਾ ਸਿਸਟਮ ਹੈ ਉਹਦੇ ਨਾਲ ਟੋਟਲੀ ਜਿਹੜਾ ਹੈ ਇੱਥੇ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਉਹ ਆਉਣ ਵਾਲੇ ਐਡਵਾਂਸਡ ਜਿਹੜਾ ਮਾਡਰਨ ਸਿਸਟਮ ਹੈ ਉਹਦੇ ਨਾਲ ਉਹ ਕੋਪ ਅਪ ਕਰ ਸਕਣ। ਸੈਕੰਡਲੀ, ਟੀਚਰਸ ਲਈ ਸਿਰਫ ਟੈਕਨੀਕ ਸਿੱਖਣਾ ਹੀ ਕਾਫੀ ਨਹੀਂ ਹੁੰਦਾ। ਟੀਚਰਸ ਜਿਹੜੇ ਹੈਗੇ ਆ ਉਹ ਹਿਊਮੇਨ ਟੀਚਰਸ ਹੋਣੇ ਚਾਹੀਦੇ ਹੈ। ਠੀਕ ਹੈ, ਦੇ ਜਿਹੜੇ ਹੈਗੇ ਉਹ ਮਤਲਬ ਬਹੁਤ ਅੱਛੀਆਂ ਕੁਆਲਿਟੀਜ਼ ਉਹਨਾਂ 'ਚ ਹੋਣੀਆਂ ਚਾਹੀਦੀਆਂ ਹੈ, ਸਪੈਸ਼ਲੀ ਜਦੋਂ ਆਪਾਂ ਗੱਲ ਕਰਦੇ ਹਾਂ ਸੌਫਟ ਸਕਿੱਲਸ ਜਾਂ ਵੈਲਿਊਜ਼ ਦੀ। ਸੋ ਇਸ ਸੰਸਥਾ ਦੇ ਵਿੱਚ ਵੈਲਿਊਜ਼ ਤੇ ਸੌਫਟ ਸਕਿੱਲਸ ਜਿਹੜਾ ਹੈ ਉਹਦੇ 'ਤੇ ਬਹੁਤ ਧਿਆਨ ਦਿੱਤਾ ਜਾਂਦਾ ਹੈ। ਉਹਨਾਂ ਦੇ ਟਾਈਮ ਟੂ ਟਾਈਮ ਜਿਹੜਾ ਹੈਗਾ ਵਰਕਸ਼ਾਪਸ ਲਗਾਈਆਂ ਜਾਂਦੀਆਂ ਹੈ, ਸੈਮੀਨਾਰਸ ਕਰਵਾਏ ਜਾਂਦੇ ਹੈ, ਪ੍ਰੈਕਟੀਕਲੀ ਉਹਨਾਂ ਦੀਆਂ ਵਰਕਸ਼ਾਪਸ ਲਗਾਈਆਂ ਜਾਂਦੀਆਂ। ਇੱਥੇ ਉਹਨਾਂ ਨੂੰ ਗੁਰਸਿੱਖੀ ਨਾਲ ਜੋੜਨ ਦੇ ਵੀ ਉਪਰਾਲੇ ਕੀਤੇ ਜਾਂਦੇ ਹਨ, ਉਹਨਾਂ ਦੇ ਕੈਂਪਸ ਲਗਾਏ ਜਾਂਦੇ ਹਨ। ਤੇ ਵਰਕਸ਼ਾਪਸ ਦੀ ਗੱਲ ਕਰੀਏ, ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਵਰਕਸ਼ਾਪਸ ਲਗਾਈਆਂ ਜਾਂਦੀਆਂ, ਉਹਨਾਂ ਦੇ ਪਰਸਨੈਲਿਟੀ ਡਿਵੈਲਪਮੈਂਟ ਪ੍ਰੋਗਰਾਮਸ ਲਗਾਏ ਜਾਂਦੇ ਹੈ ਔਰ ਈਵਨ ਅਗਰ ਆਪਾਂ ਗੱਲ ਕਰੀਏ ਤਾਂ ਸਪੋਰਟਸ ਐਂਡ ਗੇਮਸ 'ਤੇ ਵੀ ਉਹਨਾਂ ਦੇ ਕਾਫੀ ਜਿਹੜਾ ਹੈ ਸਟ੍ਰੈਸ ਦਿੱਤਾ ਜਾਂਦਾ ਹੈ। ਕਿਉਂਕਿ ਦੇਖੋ, ਇੱਕ ਟੀਚਰ ਸਿਰਫ ਪੜ੍ਹਾਉਣ ਦਾ ਕੰਮ ਨਹੀਂ ਕਰਦਾ। ਟੀਚਰ ਰਿਫਲੈਕਸ਼ਨ ਹੁੰਦਾ ਹੈ ਇੱਕ ਬਹੁਤ ਐਨਰਜੈਟਿਕ ਪਰਸਨੈਲਿਟੀ। ਠੀਕ ਹੈ, ਉਹ ਉਸ ਐਨਰਜੈਟਿਕ ਪਰਸਨੈਲਿਟੀ ਦੇ ਵਿੱਚ ਟੀਚਿੰਗ ਸਕਿੱਲਸ ਵੀ ਹੋਣੀਆਂ ਚਾਹੀਦੀਆਂ ਹੈ ਔਰ ਪਲੱਸ ਉਹਦੇ 'ਚ ਵੈਲਿਊਜ਼ ਵੀ ਹੋਣੀਆਂ ਚਾਹੀਦੀਆਂ। ਸੋ ਇਹ ਸਾਰੇ ਪ੍ਰੋਗਰਾਮ ਨੂੰ ਬੜੀ ਬਿਊਟੀਫੁਲੀ ਇਨੋਵੇਸ਼ਨ ਦੇ ਨਾਲ ਜਿਹੜਾ ਹੈ ਇੱਥੇ ਕਰਵਾਇਆ ਜਾਂਦਾ ਹੈ ਔਰ ਇਹਦੇ 'ਚ ਸਮੇਂ-ਸਮੇਂ 'ਤੇ ਜਿਹੜਾ ਹੈਗਾ ਬਾਬਾ ਸੇਵਾ ਸਿੰਘ ਜੀ ਵੱਲੋਂ ਜਿਹੜੀਆਂ ਵੀ ਗਾਈਡਲਾਈਨਸ ਹੁੰਦੀਆਂ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਇਹ ਟੀਚਰ ਬਹੁਤ ਹੀ ਵਧੀਆ ਸੁਹਿਰਦ ਜਿਹੜੇ ਟੀਚਰਸ ਬਣ ਕੇ ਤਿਆਰ ਹੋਣ, ਜਿਹੜੇ ਆਪਣੇ ਸਮਾਜ ਦੇ ਵਿੱਚ ਇੱਕ ਅਜਿਹੀ ਛਾਪ ਛੱਡਣ ਔਰ ਬਹੁਤ ਹੀ ਪ੍ਰਭਾਵਸ਼ਾਲੀ ਜਿਹੜੇ ਹੈਗੇ ਅਧਿਆਪਕ ਬਣ ਕੇ ਨਿਕਲਣ। ਸੋ ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਬਹੁਤ ਵਧੀਆ ਜੀ। ਅਸੀਂ ਜਾਣ ਰਹੇ ਸੀਗੇ ਭੈਣ ਸਿਮਰਜੀਤ ਕੌਰ ਜੀ ਤੋਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਉਹ ਟੀਚਰਾਂ ਦੀ ਘਾਟ ਘੜੀ ਜਾਂਦੀ ਹੈ। ਮਤਲਬ ਕਿ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਕਾਲਜ ਆਫ ਐਜੂਕੇਸ਼ਨ ਹੈ ਇਹ ਟੀਚਰਾਂ ਦੀ ਘਾਟ ਘੜਨ ਵੱਲ ਆਪਣਾ ਅਹਿਮ ਯੋਗਦਾਨ ਪਾ ਰਿਹਾ ਤੇ ਹੁਣ ਅਸੀਂ ਬਾਬਾ ਸੇਵਾ ਸਿੰਘ ਜੀ ਦੀ ਰਹਿਨੁਮਾਈ ਹੇਠ ਖਡੂਰ ਸਾਹਿਬ ਵਿੱਚ ਚੱਲ ਰਹੀ ਕਿਸੇ ਹੋਰ ਸੰਸਥਾ ਦੇ ਵਿੱਚ ਪਹੁੰਚਦੇ ਹਾਂ ਔਰ ਉਹਦੇ ਬਾਰੇ 'ਚ ਅੱਗੇ ਅਸੀਂ ਜਾਣਦੇ ਹਾਂ ਕਿ ਉੱਥੋਂ ਦੀਆਂ ਕੁਆਲਿਟੀਜ਼ ਕੀ ਹੈ। ਤੁਹਾਡਾ ਸਾਡੇ ਟੀਵੀ ਦੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਵੇਲੇ ਅਸੀਂ ਖੜੇ ਹੋਏ ਹਾਂ ਬੀਬੀ ਅਮਰੋ ਗਰਲਸ ਹੋਸਟਲ ਦੇ ਸਾਹਮਣੇ ਔਰ ਸਾਡੇ ਨਾਲ ਨੇ ਭੈਣ ਮਲਕੀਤ ਕੌਰ ਜੀ ਤੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਹੋਸਟਲ ਹੈ ਸਿਰਫ ਗਰਲਸ ਹੋਸਟਲ ਜਿਸ ਤਰ੍ਹਾਂ ਪਿੱਛੇ ਲਿਖਿਆ ਦਿਸ ਰਿਹਾ ਹੈ ਹਾਂਜੀ ਕਿ ਇਹ ਸਿਰਫ ਲੜਕੀਆਂ ਵਾਸਤੇ ਹੀ ਹੈ ਹਾਂਜੀ ਇਹ ਸਿਰਫ ਲੜਕੀਆਂ ਵਾਸਤੇ ਹੀ ਹੁੰਦਾ ਤੇ ਇਹਦੇ ਵਿੱਚ ਕਿਹੜੇ ਕੋਰਸਸ ਕਰਨ ਵਾਲੀਆਂ ਲੜਕੀਆਂ ਨੇ ਜਿਹੜੀਆਂ ਉਹ ਇੱਥੇ ਰੁਕ ਰਹੀਆਂ? ਹਾਂਜੀ ਸਾਡੇ ਕੋਲ ਡਿਗਰੀ ਕਾਲਜ ਦੇ ਬੱਚੇ ਨੇ ਬੀਐਸਸੀ ਕਰਦੇ ਪਏ ਨੇ ਜਿਹੜੇ ਤੇ ਇੱਕ ਸਾਡੇ ਇੰਸਟੀਚਿਊਟ ਦੇ ਬੱਚੇ ਨੇ ਨਿਸ਼ਾਨੇ ਸਿੱਖੀ ਜੀ। ਐਕਚੁਅਲੀ ਉਹ ਮੈਡੀਕਲ ਤੇ ਨਾਨ ਮੈਡੀਕਲ ਦੇ ਬੱਚੇ ਨੇ। ਅੱਛਾ ਜੀ। ਹਾਂਜੀ ਤੇ ਇਸ ਹੋਸਟਲ ਦੀ ਤੁਹਾਡੀ ਜਿਹੜੀ ਲਾਈਫ ਹੈ ਹੋਸਟਲ ਰੂਟੀਨ ਕੀ ਰਹਿੰਦੀ ਹੈ? ਕਿਸ ਤਰ੍ਹਾਂ ਜੋ ਬੱਚੇ ਇੱਥੇ ਰੁਕਦੇ ਆ ਉਹਨਾਂ ਦੀ ਰੂਟੀਨ ਕਿਸ ਤਰ੍ਹਾਂ, ਮਤਲਬ ਕਿ ਸਵੇਰ ਸ਼ਾਮ ਗੁਰਦੁਆਰਾ ਸਾਹਿਬ ਜਾਣਾ ਜਾਂ ਹੋਰ ਕੀ ਉਹਨਾਂ ਦੀ ਰੂਟੀਨ ਹੈ? ਡੇਲੀ ਦਾ ਰੂਟੀਨ ਕਿਹੋ ਜਿਹੀ ਹੈ? ਹਾਂਜੀ ਸਵੇਰ ਦੇ ਟਾਈਮ ਤਾਂ ਬੱਚੇ ਸਵੇਰੇ ਸਾਡੇ ਕੋਲ 4 ਵਜੇ ਉੱਠਦੇ ਨੇ ਤੇ ਸਾਡੇ ਅੰਦਰ ਜਿਹੜਾ ਪ੍ਰਕਾਸ਼ ਕੀਤਾ ਹੋਇਆ ਬਾਬਾ ਜੀ ਦਾ ਜੀ। ਤੇ ਐਕਚੁਅਲੀ ਇੱਥੇ ਪਾਠ ਕਰਦੇ ਨੇ 4 ਵਜੇ ਤੇ ਉਸ ਤੋਂ ਬਾਅਦ ਆਪਣਾ ਨਾਸ਼ਤਾ ਲੈਂਦੇ ਨੇ ਤੇ ਫਿਰ ਆਪਣਾ ਸਕੂਲ ਜਾਂਦੇ ਨੇ। ਜੀ ਹਾਂਜੀ ਤੇ ਉਸ ਤੋਂ ਬਾਅਦ ਦੁਪਹਿਰ ਟਾਈਮ ਲੰਚ ਆਉਂਦੇ ਨੇ, ਉਸ ਟਾਈਮ ਵੀ ਉਹ ਮੱਥਾ ਟੇਕ ਕੇ ਹੀ ਜਾਂਦੇ ਨੇ। ਜੀ। ਹਾਂਜੀ ਤੇ ਸ਼ਾਮ ਟਾਈਮ ਵੀ ਉਹਨਾਂ ਦਾ ਜਿਹੜਾ ਡਿਨਰ ਦਾ ਟਾਈਮ ਆ 8 ਤੋਂ 8:30 ਵਜੇ ਤੱਕ ਹੁੰਦਾ ਹੈ। ਬਹੁਤ ਵਧੀਆ ਜੀ, ਤੁਸੀਂ ਸਾਨੂੰ ਇਸ ਹੋਸਟਲ ਦੇ ਬਾਰੇ ਜਾਣਕਾਰੀ ਦਿੱਤੀ। ਦੋਸਤੋ, ਜਿਹੜੇ ਹੋਸਟਲ ਦੇ ਵਿੱਚ ਰਹਿਣ ਵਾਲੇ ਬੱਚੇ ਹਨ ਜਾਂ ਪੜ੍ਹ ਕੇ ਅੱਗੇ ਵੱਡੇ ਇਨਸਾਨ ਬਣ ਚੁੱਕੇ ਆ, ਉਹ ਜਾਣਦੇ ਆ ਕਿ ਹੋਸਟਲ ਦੀ ਲਾਈਫ ਕਿਸ ਤਰ੍ਹਾਂ ਦੀ ਹੁੰਦੀ ਹੈ। ਇਸ ਲਾਈਫ ਦੇ ਵਿੱਚ ਜੇਕਰ ਚੰਗੀ ਸਿੱਖਿਆ ਮਿਲ ਜਾਏ ਤਾਂ ਇਨਸਾਨ ਬਹੁਤ ਵਧੀਆ ਬਣ ਜਾਂਦਾ ਹੈ। ਜੇਕਰ ਹੋਸਟਲ ਦੇ ਵਿੱਚ ਚੰਗਾ ਇਨਵਾਇਰਨਮੈਂਟ ਨਾ ਮਿਲੇ ਤਾਂ ਇਨਸਾਨ ਵਿਗੜ ਵੀ ਜਾਂਦੇ ਆ। ਅਤੇ ਇਸ ਜਗ੍ਹਾ 'ਤੇ ਜੋ ਦੱਸਿਆ ਭੈਣ ਮਲਕੀਤ ਕੌਰ ਨੇ ਕਿ ਬਹੁਤ ਸੋਹਣੀ ਸਿੱਖਿਆ, ਗੁਰਮਤਿ ਦੀ ਸਿੱਖਿਆ ਵੀ ਔਰ ਧਾਰਮਿਕ ਵਾਤਾਵਰਨ, ਔਰ ਨਾਲ ਦੀ ਨਾਲ ਜੋ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਆ, ਉਹਨਾਂ 'ਚ ਇੱਕ ਉਪਰਾਲਾ ਲੜਕੀਆਂ ਦਾ ਇਹ ਹੋਸਟਲ ਵੀ ਹੈ ਜੋ ਬੀਬੀ ਅਮਰੋ ਜੀ ਨੂੰ ਸਮਰਪਿਤ ਹੈ। ਅਤੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਟੀਵੀ ਚੈਨਲ ਨਾਲ ਗੱਲ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤੁਸੀਂ ਦੇਖ ਰਹੇ ਹੋ ਬੀਬੀ ਅਮਰੋ ਜੀ ਹੋਸਟਲ ਦਾ ਇੰਟਰਨਲ ਵਿਊ, ਬਹੁਤ ਹੀ ਮਨਮੋਹਕ। ਅੱਗੇ ਬੜਾ ਵਧੀਆ ਘਾਹ ਦਾ ਜਿਹੜਾ ਹੈ ਉਹ ਲਾਉਣ, ਔਰ ਨਾਲ ਹੀ ਬੜੇ ਸੋਹਣੇ ਦਰਖਤ ਹੈ ਜਿਹੜੇ, ਔਰ ਬਹੁਤ ਪਿਆਰਾ ਵਿਊ ਹੈ। ਇੱਥੇ ਰਹਿ ਕੇ ਵਾਕਿਆ ਹੀ ਐਜੂਕੇਸ਼ਨ ਵਿੱਚ ਬੱਚਿਆਂ ਦਾ ਮਨ ਲੱਗਦਾ ਹੋਵੇਗਾ ਜੀ। ਕੋਈ ਐਡੀਟਿੰਗ ਹੋਈ ਫਿਰ ਇਸ ਵੇਲੇ ਸਾਧ ਸੰਗਤ ਜੀ ਅਸੀਂ ਪਹੁੰਚੇ ਹੋਏ ਹਾਂ ਬਾਬਾ ਗੁਰਮੁਖ ਸਿੰਘ ਜੀ, ਬਾਬਾ ਉੱਤਮ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਵਿੱਚ, ਜੋ ਕਿ ਬਾਬਾ ਸੇਵਾ ਸਿੰਘ ਜੀ ਦੀ ਰਹਿਨਮਾਈ ਹੇਠ ਨਿੱਤ ਤਰੱਕੀਆਂ ਕਰ ਰਿਹਾ ਹੈ, ਚੜ੍ਹਦੀ ਕਲਾ ਜਾ ਰਿਹਾ ਹੈ। ਅਤੇ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੀਰ ਬੀਰਿੰਦਰ ਸਿੰਘ ਜੀ ਪੰਨੂ ਸਾਹਿਬ ਸਾਡੇ ਨਾਲ ਨੇ, ਅਤੇ ਇਹਨਾਂ ਤੋਂ ਜਾਣਦੇ ਹਾਂ ਇਸ ਸਕੂਲ ਦੇ ਵਿਰਾਸਤ ਬਾਰੇ, ਕਿਸ ਤਰ੍ਹਾਂ ਇਹ ਸਕੂਲ ਹੈ ਜਿਹੜਾ ਅੱਜ ਤਰੱਕੀ ਕਰ ਰਿਹਾ ਹੈ, ਕਿਹੜੀਆਂ ਸੇਵਾਵਾਂ ਦੇ ਰਿਹਾ ਹੈ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਇਹ ਵੀਰ ਜੀ ਹੁਣ ਤੁਸੀਂ ਇਹ ਦੱਸੋ ਕਿ ਇਸ ਸਕੂਲ ਦੇ ਤੁਸੀਂ ਮੁੱਖ ਸੇਵਾਦਾਰ ਹੋ, ਪ੍ਰਿੰਸੀਪਲ ਸਾਹਿਬ ਵਜੋਂ ਸੇਵਾ ਨਿਭਾ ਰਹੇ ਹੋ, ਅਤੇ ਇਸ ਸਕੂਲ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਖਾਸ? ਸਾਧ ਸੰਗਤ ਜੀ, ਸਟਾਰਟ ਕਰੀਏ। ਇਹ ਸਕੂਲ 1984 ਵਿੱਚ ਬਾਬਾ ਗੁਰਮੁਖ ਸਿੰਘ ਹੁਣਾਂ ਦੁਆਰਾ ਸਥਾਪਿਤ ਕੀਤਾ ਗਿਆ, ਜਿਸ ਦੀ ਕਿ ਮੌਜੂਦਾ ਸਮੇਂ 'ਤੇ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਗੁਰੂ ਮਹਾਰਾਜ ਦੀ ਕਿਰਪਾ ਨਾਲ ਬੜੀਆਂ ਤਰੱਕੀਆਂ, ਬੜੀਆਂ ਬੁਲੰਦੀਆਂ ਛੋਹ ਰਿਹਾ ਹੈ। ਤਕਰੀਬਨ 10 ਏਕੜ ਦੇ ਵਿੱਚ ਇਹ ਸਾਡੇ ਸਕੂਲ ਦਾ ਕੈਂਪਸ ਹੈ, ਜਿਹਦੇ ਵਿੱਚ ਕਿ ਜੋ ਵੀ ਇਮਾਰਤਾਂ ਤੁਸੀਂ ਵੇਖ ਰਹੇ ਹੋ, ਦੇਸ਼ ਵਿਦੇਸ਼ ਦੀਆਂ ਸੰਗਤਾਂ ਜੋ ਕਿ ਗੁਰੂ ਘਰ ਨਾਲ, ਕਾਰ ਸੇਵਾ ਖਡੂਰ ਸਾਹਿਬ ਨਾਲ ਜੁੜੀਆਂ ਨੇ, ਉਹਨਾਂ ਦੁਆਰਾ ਸੰਤਾਂ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਇਹ ਸਾਰੀਆਂ ਬਣਾਈਆਂ ਗਈਆਂ। ਖਾਸ ਕਰਕੇ ਗੱਲ ਕਰਾਂ ਤੇ ਸਰਦਾਰ ਕਰਤਾਰ ਸਿੰਘ ਸਿੰਗਾਪੁਰ ਵਾਲੇ ਠਕਰਾਲ ਸਿੰਗਾਪੁਰ ਵਾਲੇ, ਉਹਨਾਂ ਨੇ 11 ਕਮਰੇ ਇੱਕ, ਤੇ ਇੱਧਰ ਤੁਸੀਂ ਵੇਖ ਸਕਦੇ ਹੋ ਜਿਹੜਾ ਐਕੈਡੈਮਿਕ ਬਲਾਕ ਆ, ਉਹਦੀ ਵੀ ਸੇਵਾ ਉਹਨਾਂ ਨੇ ਨਿਭਾਈ ਆ ਜੀ। ਵਿਸ਼ੇਸ਼ ਤੌਰ ਤੇ ਇਸ ਸਕੂਲ ਦੇ ਵਿੱਚ 2000 ਤੋਂ ਵੱਧ ਕਰੀਬ ਬੱਚੇ ਵਿੱਦਿਆ ਗ੍ਰਹਿਣ ਕਰ ਰਹੇ ਨੇ, ਜੋ ਕਿ ਬਹੁਤ ਹੀ ਮਿਆਰੀ ਔਰ ਸਸਤੇ ਰੇਟ ਤੇ, ਔਰ ਇਹਦੇ ਵਿੱਚ 85 ਦੇ ਕਰੀਬ ਅਧਿਆਪਕ ਨੇ ਤੇ ਸੇਵਾਦਾਰਨੀਆਂ ਮਿਲਾ ਕੇ ਕੁੱਲ ਅਸੀਂ 125 ਤੋਂ ਵੱਧ ਅਮਲਾ ਬਣ ਜਾਂਦਾ, ਜਿਹਦੇ ਵਿੱਚ ਕਿ ਹਰ ਸਾਲ 100% ਰਿਜ਼ਲਟ ਐਕੈਡੈਮਿਕਸ ਦੇ ਵਿੱਚ, ਟੀਚਰਸ ਦੀ ਬਹੁਤ ਹੀ ਮਿਹਨਤ, ਮਹਾਂਪੁਰਸ਼ਾਂ ਦੀ ਅਸੀਸ ਔਰ ਸੰਗਤ ਦੇ ਸਹਿਯੋਗ ਨਾਲ ਇਹ ਸਾਰਾ ਹੋ ਰਿਹਾ ਜੀ। ਖਾਸ ਗੱਲ ਯਾਦ ਕਰਾਵਾਂ ਕਿ 2015-16 ਦੇ ਵਿੱਚ ਸੰਤ ਬਾਬਾ ਗੁਰਮੁਖ ਸਿੰਘ, ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ ਪੰਜਾਬ 'ਚੋਂ
99% ਤੋਂ ਉੱਪਰ ਲੈ ਕੇ ਪੂਰੇ ਪੰਜਾਬ 'ਚ ਮੈਰਿਟ ਟੌਪ ਕੀਤੀ ਜੀ। ਇਸ ਤੋਂ ਇਲਾਵਾ ਖੁੱਲੀਆਂ ਗਰਾਊਂਡਸ ਨੇ, ਫੁੱਟਬਾਲ, ਹਾਕੀ, ਵਾਲੀਬਾਲ, ਹਰ ਤਰ੍ਹਾਂ ਦੀ ਗੇਮ ਇੱਥੇ ਕਰਵਾਈ ਜਾਂਦੀ ਆ ਔਰ ਖਾਸ ਕਰਕੇ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ ਨਾਲ ਚਲਾਈ ਜਾਂਦੀ ਆ, ਜਿਸ ਦੇ ਵਿੱਚ ਕਿ ਸਾਡੇ 5 ਤੋਂ 7 ਪਲੇਅਰਸ ਜਿਹੜੇ ਨੈਸ਼ਨਲ ਟੀਮ 'ਚ ਖੇਡ ਰਹੇ ਨੇ। ਇਸ ਦੇ ਨਾਲ 28 ਦੇ ਕਰੀਬ ਪਲੇਅਰਸ ਜਿਹੜੇ ਨੇ ਕਿ ਉਹ ਆਰਮੀ ਜਾਂ ਡਿਫੈਂਸ ਫੋਰਸਿਸ ਦੀਆਂ ਅਲੱਗ-ਅਲੱਗ ਟੀਮਾਂ ਦੇ ਵਿੱਚ ਖੇਡ ਰਹੇ ਨੇ। ਤੇ ਨਾਲ ਹੀ ਇਹ ਸਾਡੇ ਸਕੂਲ ਦੇ ਵਿਦਿਆਰਥੀ 18 ਦੇ ਕਰੀਬ ਨੈਸ਼ਨਲ ਡਿਫੈਂਸ ਅਕੈਡਮੀ NDA ਜੋ ਕਿ ਇੱਕ ਇੰਡੀਆ ਲੈਵਲ ਦਾ ਕੰਪੀਟੀਸ਼ਨ ਆ, ਉਹਨੂੰ ਕਲੀਅਰ ਕਰਕੇ ਔਰ ਜੁਲਾਈ 2020 ਦੇ ਵਿੱਚ ਬਕਾਇਦਾ ਕਮਿਸ਼ਨਡ ਅਫਸਰ ਬਣ ਕੇ ਜਿਹੜੀਆਂ ਆਰਮੀ ਦੀਆਂ ਸੇਵਾਵਾਂ ਨੇ ਉਹਦੇ ਵਿੱਚ ਵੀ ਨਿਭਾ ਰਹੇ ਨੇ। ਇਹ ਸਨ ਸਾਡੇ ਨਾਲ ਵੀਰ ਇੰਦਰ ਸਿੰਘ ਜੀ ਪੰਨੂ ਸਾਹਿਬ, ਜੋ ਪ੍ਰਿੰਸੀਪਲ ਨੇ ਸੰਤ ਬਾਬਾ ਗੁਰਮੁਖ ਸਿੰਘ ਜੀ, ਸੰਤ ਬਾਬਾ ਉੱਤਮ ਸਿੰਘ ਜੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੇ। ਉਹ ਸਾਨੂੰ ਦੱਸ ਰਹੇ ਸੀ ਕਿ ਇਹ ਸਕੂਲ ਕਿਸ ਤਰ੍ਹਾਂ ਨਿਰੰਤਰ ਬੁਲੰਦੀਆਂ ਨੂੰ ਛੂਹ ਰਿਹਾ ਹੈ, ਕਿਵੇਂ ਮਾਨਵਤਾ ਦੀ ਸੇਵਾ ਕਰ ਰਿਹਾ ਹੈ, ਮਾਨਵਤਾ ਦੀ ਸੇਵਾ ਦੇ ਨਾਲ ਨਾਲ ਕਿਸ ਤਰ੍ਹਾਂ ਇਹਨਾਂ ਦੇ ਬੱਚੇ ਹੈ ਜਿਹੜੇ ਉਹਨਾਂ ਨੇ ਪੰਜਾਬ ਭਰ ਦੇ ਵਿੱਚੋਂ ਆਪਣੀਆਂ ਅਚੀਵਮੈਂਟ ਪ੍ਰਾਪਤ ਕੀਤੀਆਂ। ਵੀਰ ਜੀ, ਹੋਪ ਗਲੋਬਲ TV ਨਾਲ ਗੱਲ ਕਰਨ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਪ ਗਲੋਬਲ TV ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਐਜੂਕੇਸ਼ਨਲ ਯਾਤਰਾ ਸਵਾਗਤ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸੰਸਥਾਵਾਂ ਜਾਂਦੇ ਹਾਂ ਜਿੱਥੇ ਐਜੂਕੇਸ਼ਨ ਦੇ ਖੇਤਰ 'ਚ ਕੰਮ ਹੋ ਰਹੇ ਆ, ਮੱਲਾਂ ਮਾਰੀਆਂ ਜਾ ਰਹੀਆਂ, ਜੋ ਸਾਡੀ ਕੌਮ ਦੇ ਭਵਿੱਖ ਨੂੰ, ਸਾਡੇ ਬੱਚਿਆਂ ਨੂੰ ਉੱਚੀਆਂ ਮੰਜ਼ਿਲਾਂ 'ਤੇ ਪਹੁੰਚਾਉਣ ਦੇ ਵਾਸਤੇ ਯਤਨਸ਼ੀਲ ਨੇ। ਅਤੇ ਅਜਿਹੀ ਹੀ ਸੰਸਥਾ ਹੈ ਨਿਸ਼ਾਨੇ ਸਿੱਖੀ, ਜੋ ਕਿ ਬਾਬਾ ਸੇਵਾ ਸਿੰਘ ਜੀ ਵੱਲੋਂ ਖਡੂਰ ਸਾਹਿਬ ਵਿੱਚ ਸਥਾਪਿਤ ਕੀਤੀ ਗਈ ਹੈ। ਇਸ ਸੇਵਾ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਨੇ ਉਹ ਪ੍ਰਾਪਤੀਆਂ ਹੋਈਆਂ ਹੈ ਅਤੇ ਨਿਸ਼ਾਨੇ ਸਿੱਖੀ ਜੋ ਸੰਸਥਾ ਹੈ ਇਸ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਜਿਹੜਾ ਹੈ ਉਹ ਗਾਈਡ ਕੀਤਾ ਹੈ, ਅੱਗੇ ਲੈ ਕੇ ਗਏ ਹੈ। ਇਸੇ ਸੰਸਥਾ ਦੇ ਸਾਡੇ ਕੋਲ ਜਿਹੜੇ ਹੈ ਇਸ ਵੇਲੇ ਜੋ ਨਿਸ਼ਾਨੇ ਸਿੱਖੀ ਦੇ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਰਿਲੀਜੀਅਸ ਇੰਸਟੀਚਿਊਟ ਹੈ ਉਸ ਦੇ ਪ੍ਰੋਫੈਸਰ ਵਿਕਰਮਜੀਤ ਸਿੰਘ ਜੀ ਸਾਡੇ ਨਾਲ ਨੇ। ਇਹਨਾਂ ਤੋਂ ਜਾਣਦੇ ਹਾਂ ਕਿ ਨਿਸ਼ਾਨੇ ਸਿੱਖੀ ਜੋ ਸੰਸਥਾ ਹੈ ਇਹਦੇ ਵਿੱਚ ਕਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ, ਕਿਵੇਂ ਬੱਚਿਆਂ ਦਾ ਬ੍ਰਾਈਟ ਫਿਊਚਰ ਸਿਰਜਿਆ ਜਾ ਰਿਹਾ। ਅਤੇ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਵਿਕਰਮਜੀਤ ਸਿੰਘ ਜੀ, ਤੁਸੀਂ ਇਹ ਦੱਸੋ ਵੀ ਇਹ ਸੰਸਥਾ ਕਿਵੇਂ ਹੋਂਦ ਦੇ ਵਿੱਚ ਆਈ ਅਤੇ ਕਿਹੜੀਆਂ ਸੰਸਥਾਵਾਂ ਹੋਰ ਇਹਦੇ ਵਿੱਚ ਜੁੜੀਆਂ ਹੋਈਆਂ ਨੇ, ਕਿਹੜੇ ਤੁਸੀਂ ਕੋਰਸ ਅਤੇ ਸੇਵਾਵਾਂ ਇੱਥੋਂ ਦੇ ਰਹੇ ਜੀ? ਹਾਂਜੀ, ਬਿਲਕੁਲ ਜੀ। ਸੋ ਖਡੂਰ ਸਾਹਿਬ ਦੀ ਧਰਤੀ ਬਾਰੇ ਅਸੀਂ ਜਾਣਦੇ ਹਾਂ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇੱਥੇ ਵਿਦਿਆ ਦੇ ਪ੍ਰਵਾਹ ਚਲਾਏ। ਸਾਡੇ ਕੋਲ ਜੋ ਗੁਰਮੁਖੀ ਲਿਪੀ ਦਾ ਮਹੱਤਵਪੂਰਨ ਕਾਰਜ ਇਸ ਧਰਤੀ 'ਤੇ ਹੋਇਆ, ਪਹਿਲੀ ਪਾਠਸ਼ਾਲਾ, ਪਹਿਲਾ ਬਾਲ ਬੋਧ ਕਾਇਦਾ ਜੋ ਬੱਚਿਆਂ ਨੂੰ ਗੁਰੂ ਅੰਗਦ ਦੇਵ ਜੀ ਵੱਲੋਂ ਤਿਆਰ ਕਰਕੇ ਪੜ੍ਹਾਇਆ ਗਿਆ। ਸੋ ਉਸੇ ਇਤਿਹਾਸਕ ਸੰਦਰਭ ਨੂੰ ਅੱਗੇ ਤੋਰਦੇ ਹੋਏ ਕਾਰ ਸੇਵਾ ਖਡੂਰ ਸਾਹਿਬ ਦੇ ਵੱਲੋਂ ਬਾਬਾ ਸੇਵਾ ਸਿੰਘ ਜੀ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਇੱਥੇ ਜਿਹੜੇ ਵਿਦਿਅਕ ਅਦਾਰੇ ਵੱਧ ਤੋਂ ਵੱਧ ਹੋਣ ਦੇ ਵਿੱਚ ਆਉਣ, ਤਾਂ ਜੋ ਜਿਹੜਾ ਇਹ ਸਥਾਨ ਹੈ ਇੱਕ ਐਜੂਕੇਸ਼ਨਲ ਹੱਬ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਵੇ। ਸੋ ਇਸ ਸੰਬੰਧ ਦੇ ਵਿੱਚ ਕਾਰਜ ਬਾਬਾ ਉੱਤਮ ਸਿੰਘ ਜੀ ਦੁਆਰਾ ਹੀ ਕਾਲਜ ਦੀ ਸਥਾਪਨਾ ਦੇ ਨਾਲ ਆਰੰਭ ਹੋ ਚੁੱਕਾ ਸੀ, ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਨਾਲ। ਅਤੇ ਉਸੇ ਲੜੀ ਨੂੰ ਅੱਗੇ ਤੋਰਦੇ ਜਦੋਂ 2004 ਦੇ ਵਿੱਚ ਇੱਥੇ ਸ਼ਤਾਬਦੀ ਨੂੰ ਮਨਾਇਆ ਗਿਆ ਅਤੇ ਬਾਬਾ ਸੇਵਾ ਸਿੰਘ ਜੀ ਵੱਲੋਂ ਉਪਰਾਲਾ ਕੀਤਾ ਗਿਆ ਕਿ ਇਹ ਸ਼ਤਾਬਦੀ ਯਾਦਗਾਰ ਹੋ ਕੇ ਨਿਬੜੇ। ਹੋਰ ਕਈ ਕਾਰਜ ਸ਼ੁਰੂ ਕੀਤੇ ਗਏ, ਵਾਤਾਵਰਨ ਨਾਲ ਸੰਬੰਧਿਤ ਕਾਰਜ ਜੋ ਤੋਂ ਆਰੰਭ ਹੋਏ, ਪਰ ਉਸੇ ਲੜੀ ਦੇ ਵਿੱਚ ਹੀ ਕਿ ਇਹ ਸਾਡੀ ਜਿਹੜੀ ਨਿਸ਼ਾਨੇ ਸਿੱਖੀ ਇੱਕ ਐਜੂਕੇਸ਼ਨਲ ਟਾਵਰ ਸਾਡੇ ਸਾਹਮਣੇ ਆਇਆ। ਇਹਦਾ ਜਿਹੜਾ ਮਹੱਤਵਪੂਰਨ ਜਿਹੜਾ ਉਦੇਸ਼ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਮਿਆਰੀ ਵਿਦਿਆ ਜਿਹੜੀ ਦੇ ਸਕੀਏ, ਉਹ ਜਿਹੜੀ ਵਿਦਿਆ ਹਰੇਕ ਖੇਤਰ ਦੀ ਹੋਵੇ। ਹੁਣ ਇਹ ਜਿਹੜੀ ਸੰਸਥਾ ਹੈ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ। ਉਹ ਜਿਹੜੇ ਖੇਤਰ ਨੇ ਇਹਨਾਂ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਫਲੋਰ ਹੈ ਉਹ ਸਾਡਾ ਹੈ ਸ਼੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀ ਖਡੂਰ ਸਾਹਿਬ। ਉਹ ਜਿਹੜਾ ਇਹ ਇੰਸਟੀਚਿਊਟ ਹੈ ਇਹਦਾ ਜਿਹੜਾ ਮਹੱਤਵਪੂਰਨ ਉਦੇਸ਼ ਹੈ ਕਿ ਸਾਡੇ ਜਿਹੜੇ ਬੱਚੇ ਨੇ ਜਿਹੜੇ ਧਾਰਮਿਕ ਅਧਿਐਨ ਦੀ ਰੁਚੀ ਰੱਖਦੇ ਨੇ, ਅੱਜ ਦੇ ਸਮੇਂ ਦੇ ਵਿੱਚ ਸੰਸਾਰ ਦੀਆਂ ਚੁਣੌਤੀਆਂ ਨੂੰ ਜਾਣਦੇ ਨੇ, ਸਮਝਦੇ ਨੇ, ਘੋਖਦੇ ਨੇ ਅਤੇ ਸਿੱਖ ਅਧਿਐਨ ਦੇ ਖੇਤਰ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਨੇ, ਉਹਨਾਂ ਦੇ ਲਈ ਇੱਕ ਸੰਸਥਾ ਸਥਾਪਿਤ ਕੀਤੀ ਗਈ ਜਿਹਦੇ ਵਿੱਚ 5 ਸਾਲਾ ਜਿਹੜਾ ਕੋਰਸ ਕਰਾਇਆ ਜਾਣ ਲੱਗਿਆ। 3 ਸਾਲ ਦੇ ਵਿੱਚ ਉਹ ਗ੍ਰੈਜੂਏਸ਼ਨ, 2 ਸਾਲ ਮਾਸਟਰ ਜਿਹਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਰਵਾਇਆ ਜਾਂਦਾ ਹੈ। ਪਰ ਉਹਦੇ ਨਾਲ 3 ਸਾਲ ਦੇ ਵਿੱਚ ਸਿੱਖ ਸਟੱਡੀ ਜਿਹਦੇ ਗੁਰਬਾਣੀ, ਸਿੱਖ ਗ੍ਰੰਥ ਅਤੇ ਗ੍ਰੰਥਾਕਾਰ ਅਤੇ ਇਤਿਹਾਸ ਦਾ ਅਧਿਐਨ, ਅਤੇ 2 ਸਾਲ ਦੇ ਵਿੱਚ ਰਿਸਰਚ ਵਰਕ ਇਹ ਸੰਸਥਾ ਜਿਹੜੀ ਪਹਿਲੇ ਫਲੋਰ ਦੇ ਉੱਤੇ ਕਰਾਈ ਜਾਂਦੀ ਹੈ। ਦੂਜਾ ਫਲੋਰ ਜਿਹੜਾ ਇੱਥੇ ਉਹ ਕੇਂਦਰਿਤ ਹੈ ਕਿ ਮੈਡੀਕਲ ਅਤੇ ਨਾਨ ਮੈਡੀਕਲ ਦੇ ਖੇਤਰ ਦੇ ਵਿੱਚ ਪੜ੍ਹਨ ਵਾਲੇ ਜਿਹੜੇ ਵਿਦਿਆਰਥੀ ਨੇ 10ਵੀਂ ਤੋਂ ਬਾਅਦ, ਕਿਉਂਕਿ ਕਈ ਸਾਡੇ ਸਾਹਮਣੇ ਚੁਣੌਤੀਆਂ ਹੁੰਦੀਆਂ ਨੇ, ਖਾਸ ਤੌਰ 'ਤੇ PMT ਅਤੇ
IIT ਦੇ ਜਿਹੜੇ ਟੈਸਟ ਹੁੰਦੇ ਨੇ ਉਹ ਬੜੇ ਕਠਿਨ ਹੁੰਦੇ ਨੇ, ਉਹਨਾਂ ਦੀ ਤਿਆਰੀ ਵਾਸਤੇ ਇੱਕ ਰੂਰਲ ਏਰੀਆ ਦੇ ਵਿੱਚ ਇੱਕ ਇੰਸਟੀਚਿਊਟ ਸਥਾਪਿਤ ਕੀਤਾ ਗਿਆ, ਜਿਹਦਾ ਮਨੋਰਥ ਸੀ ਸਾਡੇ ਬੱਚੇ +2 ਦੇ ਦੌਰਾਨ, ਮਤਲਬ +1 ਤੇ +2 ਦੇ ਸਮੇਂ ਦੌਰਾਨ, ਆਪਣੀ ਸੀਨੀਅਰ ਐਜੂਕੇਸ਼ਨ ਦੇ ਸਮੇਂ ਦੌਰਾਨ ਉਹਨਾਂ ਟੈਸਟ ਤੇ ਫੋਕਸ ਕਰਕੇ ਤਾਂ ਜੋ ਫਿਰ ਵੱਡੀ IIT ਜਿਹੜੇ ਇੰਸਟੀਚਿਊਟ ਨੇ ਜਾਂ ਮੈਡੀਕਲ ਕਾਲਜ ਨੇ ਉਹਨਾਂ ਦੇ ਵਿੱਚ ਦਾਖਲਾ ਲੈ ਸਕਣ। ਉਸ ਵਿੱਚ ਲੜਕੇ ਤੇ ਲੜਕੀਆਂ ਦੀ ਤਿਆਰੀ ਦਾ ਜਿਹੜੀ ਮੁਹਿੰਮ ਉਹ ਆਰੰਭੀ ਗਈ। ਤੀਸਰਾ ਫਲੋਰ ਜੀ, ਉਹ ਬੱਚੇ ਜਿਹੜੇ ਕਿਸੇ ਵਜ੍ਹਾ ਦੇ ਨਾਲ ਪੜ੍ਹ ਨਾ ਸਕੇ ਪਰ ਉਹ ਆਪਣੇ ਫਿਊਚਰ ਨੂੰ ਬਣਾਉਣਾ ਚਾਹੁੰਦੇ ਨੇ ਮਿਲਟਰੀ ਦੇ ਖੇਤਰ ਦੇ ਵਿੱਚ, ਪੈਰਾਮਿਲਟਰੀ ਦੇ ਖੇਤਰ ਦੇ ਵਿੱਚ, ਉਹਨਾਂ ਬੱਚਿਆਂ ਵਾਸਤੇ ਖਾਸ ਤੌਰ ਤੇ ਕੁੜੀਆਂ ਦੇ ਵਾਸਤੇ, ਕਿਉਂਕਿ ਬਹੁਤ ਸਾਰੀਆਂ ਕੁੜੀਆਂ ਨੂੰ ਕਿੱਤੇ ਦੇ ਸੰਬੰਧ ਵਿੱਚ ਮਹੱਤਵਪੂਰਨ ਪ੍ਰੋਬਲਮ ਆਉਂਦੀ ਹੈ, ਉਹ ਘਰ ਤੱਕ ਸਿਮਟ ਕੇ ਰਹਿ ਜਾਂਦੀਆਂ। ਸੋ ਬਾਬਾ ਜੀ ਨੇ ਉਪਰਾਲਾ ਕੀਤਾ ਕਿ ਇੱਕ ਇੰਸਟੀਚਿਊਟ ਜਿਹੜਾ ਸਥਾਪਿਤ ਕੀਤਾ, ਜਿਹਦੇ ਵਿੱਚ 10ਵੀਂ ਜਾਂ 12ਵੀਂ ਪਾਸ ਕਰ ਚੁੱਕੀਆਂ ਜਿਹੜੀਆਂ ਵਿਦਿਆਰਥਣਾਂ ਉਹ ਮਿਲਟਰੀ ਦੀ ਟ੍ਰੇਨਿੰਗ ਲੈਣ ਵਾਸਤੇ ਇੱਥੇ ਆਉਂਦੀਆਂ ਨੇ, ਉਹਨਾਂ ਨੂੰ ਬਕਾਇਦਾ 3 ਮਹੀਨੇ ਦਾ ਜਾਂ 6 ਮਹੀਨੇ ਦਾ ਕੋਰਸ ਕਰਾਇਆ ਜਾਂਦਾ। ਖਾਸ ਇੱਕ ਟੈਸਟ ਨੂੰ ਧਿਆਨ 'ਚ ਰੱਖ ਕੇ ਉਹਨਾਂ ਦੀ ਜਿਹੜਾ ਥਿਊਰੀ ਦਾ ਇਗਜ਼ਾਮ ਹੁੰਦਾ ਉਹਦੀ ਤਿਆਰੀ ਕਰਾਈ ਜਾਂਦੀ। ਹੁਣ ਤੱਕ ਤਕਰੀਬਨ 588 ਜਿਹੜੀਆਂ ਬੱਚੀਆਂ ਨੇ ਉਹ ਅੱਗੇ ਇਸ ਖੇਤਰ ਦੇ ਵਿੱਚ ਆਪਣੀ ਭੂਮਿਕਾ ਜਿਹੜੀਆਂ ਨਿਭਾ ਚੁੱਕੀਆਂ। ਉਹ ਪੰਜਾਬ ਪੁਲਿਸ ਹੋਵੇ, ਦਿੱਲੀ ਪੁਲਿਸ ਹੋਵੇ ਜਾਂ ਹੋਰ ਰਕਸ਼ਾ ਸਿਕਿਉਰਿਟੀ ਜਾਂ BSF ਜਾਂ ਆਰਮੀ, ਜਿਸ ਖੇਤਰ ਦੇ ਵਿੱਚ ਉਹਨਾਂ ਨੂੰ ਮੌਕਾ ਮਿਲਿਆ। ਚੌਥਾ ਪੰਜਵਾਂ ਫਲੋਰ ਦੀ NDA ਬੇਸਡ ਹੈ। ਨੈਸ਼ਨਲ ਡਿਫੈਂਸ ਅਕੈਡਮੀ ਦੇ ਵਿੱਚ ਸਾਡੇ ਵਿਦਿਆਰਥੀਆਂ ਦੀ ਬਹੁਤ ਵੱਡੀ ਲੋੜ ਹੈ, ਕਿਉਂਕਿ ਭਾਰਤ ਸਰਕਾਰ ਦਾ ਇਹ ਅਦਾਰਾ ਉੱਚ ਪੱਧਰ ਦੇ ਜਿਹੜੇ ਅਵਸਰ ਪੈਦਾ ਕਰਨ ਦੇ ਲਈ ਸਥਾਪਿਤ ਕੀਤਾ ਗਿਆ। ਸੋ ਉਹ ਖੇਤਰ ਦੇ ਵਿੱਚ ਸਾਡੇ ਸਿੱਖ ਵਿਦਿਆਰਥੀ ਜਾਣ, ਉਹਨਾਂ ਨੂੰ ਸੋਚਦੇ ਹੋਏ ਇਹ ਸੰਸਥਾ ਜਿਹੜੀ 10ਵੀਂ ਤੋਂ ਬਾਅਦ ਉਹਨਾਂ ਵਿਦਿਆਰਥੀਆਂ ਦੀ ਚੋਣ ਕਰਦੀ ਹੈ। ਉਹਨਾਂ ਦੀ ਖਾਸ ਇੱਕ ਏਜ ਲਿਮਟ ਅਤੇ ਉਹਨਾਂ ਦੀ ਬਕਾਇਦਾ ਇੱਕ ਟੈਸਟ ਲੈਣ ਤੋਂ ਬਾਅਦ, ਉਹਨਾਂ ਦੀ ਫਿਜ਼ੀਕਲ ਇੱਕ ਚੈਕਿੰਗ ਤੋਂ ਬਾਅਦ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ। 2 ਸਾਲ ਉਹਨਾਂ ਨੂੰ ਬਕਾਇਦਾ ਨਾਲ +1 +2 ਕਰਾਉਂਦਿਆਂ ਹੋਇਆਂ 2 ਸਾਲਾਂ ਦੇ ਵਿੱਚ ਉਹਨਾਂ ਦੇ ਪੂਰੇ ਟੈਸਟ ਦੀ ਜਿਹੜੀ ਤਿਆਰੀ ਕਰਾਈ ਜਾਂਦੀ, ਉਹਨੂੰ ਫਿਜ਼ੀਕਲ ਫਿੱਟ ਕੀਤਾ ਜਾਂਦਾ। ਉਹਨਾਂ ਨੂੰ ਬਕਾਇਦਾ ਇੱਥੇ ਹੋਸਟਲ ਦੇ ਵਿੱਚ ਰਹਿਣਾ ਪੈਂਦਾ। ਇੱਥੇ ਨਾਲ ਹੀ ਬਹੁਤ ਸੋਹਣਾ ਭਾਈ ਬਾਲਾ ਜੀ ਹੋਸਟਲ ਹੈ, ਉੱਥੇ ਉਹਨਾਂ ਨੂੰ ਪੂਰੀ ਤਿਆਰੀ ਕਰਾ ਕੇ ਹੁਣ ਤੱਕ ਦੇ ਤਕਰੀਬਨ 16 ਵਿਦਿਆਰਥੀ ਜਿਹੜੇ ਉਹ NDA ਨੂੰ ਜੁਆਇਨ ਕਰ ਚੁੱਕੇ ਨੇ। ਇਸੇ ਤਰੀਕੇ ਦੇ ਨਾਲ ਸਾਡਾ ਪਹਿਲਾ ਇੰਸਟੀਚਿਊਟ ਜੋ ਹੈ ਉਹਦੇ 4 ਵਿਦਿਆਰਥੀ PhD ਕਰ ਰਹੇ ਨੇ, 15-16 ਵਿਦਿਆਰਥੀ MPhil ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਵੱਖ-ਵੱਖ ਅਦਾਰਿਆਂ ਦੇ ਵਿੱਚ ਇੱਕ ਵਿਦਵਾਨ ਵਜੋਂ ਵਿਚਰ ਰਹੇ ਨੇ, ਅਧਿਆਪਕ ਵਜੋਂ ਭੂਮਿਕਾ ਨਿਭਾ ਰਹੇ ਨੇ, ਇੱਕ ਪ੍ਰਚਾਰਕ ਵਜੋਂ ਭੂਮਿਕਾ ਨਿਭਾ ਰਹੇ ਨੇ। ਸੋ ਇਸ ਉਦੇਸ਼ ਨੂੰ ਲੈ ਕੇ ਇਹ ਬਿਲਡਿੰਗ ਜਿਹੜੀ ਐਜੂਕੇਸ਼ਨ ਦੇ ਇੱਕ ਮਹੱਤਵਪੂਰਨ ਅਤੇ ਮਲਟੀਪਰਪਸ ਤੇ ਬਹੁਤ ਪਸਾਰੀ ਜਾਂ ਬਹੁਤ ਮੰਤਵੀ ਆਪਾਂ ਕਹਿ ਲਈਏ ਉਦੇਸ਼ ਨੂੰ ਲੈ ਕੇ ਸੰਸਥਾ ਸਥਾਪਿਤ ਕੀਤੀ ਗਈ ਸੀ ਤੇ ਅੱਜ ਇਹ ਆਪਣਾ ਮਹੱਤਵਪੂਰਨ ਰੋਲ ਜੋ ਨਿਭਾ ਰਹੀ ਹੈ ਜੀ। ਸਤਸੰਗ ਜੀ, ਆਪ ਜੀ ਨੇ ਪ੍ਰੋਫੈਸਰ ਬਿਕਰਮਜੀਤ ਸਿੰਘ ਜੀ ਤੋਂ ਸੁਣਿਆ ਕਿ ਇਹ ਸੰਸਥਾ ਕਿਸ ਤਰ੍ਹਾਂ ਬਹੁਤ ਵੱਡਾ ਆਪਣਾ ਰੋਲ ਹੈ ਜਿਹੜਾ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਸਾਡੇ ਨੌਜਵਾਨਾਂ ਦੇ ਬਿਹਤਰ ਭਵਿੱਖ ਲਈ ਨਿਭਾ ਰਹੀ ਹੈ। ਅਸੀਂ ਵਾਹਿਗੁਰੂ ਜੀ ਦੇ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਹ ਸੰਸਥਾ ਇਸੇ ਤਰ੍ਹਾਂ ਹੀ ਹੋਰ ਵਧੇ, ਫਲੇ ਫੁੱਲੇ ਅਤੇ ਬਹੁਤ ਸਾਰਾ ਜਿਹੜਾ ਹੈ ਉਹ ਇਸ ਖੇਤਰ ਵਿੱਚ ਆਪਣਾ ਯੋਗਦਾਨ ਦੇਵੇ। ਵੀਰ ਜੀ, ਤੁਸੀਂ ਜਿਹੜਾ ਹੈ ਉਹ ਆ ਕੇ ਸਾਡੇ TV ਚੈਨਲ ਦੇ ਨਾਲ ਗੱਲ ਕੀਤੀ, ਇਸ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਆਪ ਜੀ ਨੇ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਦੇਖਿਆ ਜੋ ਖਡੂਰ ਸਾਹਿਬ ਵਿਖੇ ਚੱਲ ਰਹੀਆਂ ਹਨ। ਐਗਜ਼ੈਂਪਲਰੀ ਕੰਮ ਜੋ ਹੋ ਰਹੇ ਨੇ, ਜੋ ਸੇਵਾਵਾਂ ਸਤਿਗੁਰੂ ਜੀ ਲੈ ਰਹੇ ਆ, ਕਿਉਂਕਿ ਇਹਨਾਂ ਦਾ ਕ੍ਰੈਡਿਟ ਕਿਸੇ ਇੱਕ ਬੰਦੇ ਨੂੰ ਨਹੀਂ ਦਿੱਤਾ ਜਾ ਸਕਦਾ। ਗੁਰਬਾਣੀ ਕਹਿੰਦੀ ਹੈ, ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਬੰਦਾ ਕੁਝ ਵੀ ਨਹੀਂ ਕਰ ਸਕਦਾ, ਜੋ ਕੁਝ ਕਰਵਾਉਂਦਾ ਹੈ ਉਹ ਵਾਹਿਗੁਰੂ ਕਰਵਾਉਂਦਾ ਹੈ। ਔਰ ਉਸ ਵਾਹਿਗੁਰੂ ਅਕਾਲ ਪੁਰਖ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣਾ ਮਿਹਰਾਂ ਭਰਿਆ ਹੱਥ ਜਿਸ ਸ਼ਖਸੀਅਤ ਦੇ ਸਿਰ ਤੇ ਰੱਖਿਆ ਔਰ ਜਿਨ੍ਹਾਂ ਨੇ ਇਹ ਸਾਰੀਆਂ ਐਜੂਕੇਸ਼ਨਲ ਸੰਸਥਾਵਾਂ ਨੂੰ ਸੰਭਾਲਿਆ, ਸੰਚਾਰੂ ਰੂਪ 'ਚ ਚਲਾਇਆ, ਮੇਰੇ ਨਾਲ ਖੜੇ ਨੇ। ਔਰ ਮੈਂ ਮਾਣ ਤੇ ਫਖਰ ਮਹਿਸੂਸ ਕਰ ਰਿਹਾ ਇਸ ਵੇਲੇ ਉਸ ਅਜ਼ੀਮ ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕਰਨ ਦਾ, ਸੰਤ ਬਾਬਾ ਸੇਵਾ ਸਿੰਘ ਜੀ, ਜਿਹੜੇ ਸਾਰੀਆਂ ਸੰਸਥਾਵਾਂ ਚਲਾ ਰਹੇ ਆ। ਅਤੇ ਸਤਿਕਾਰਯੋਗ ਬਾਬਾ ਜੀ ਹੋਰਾਂ ਤੋਂ ਅਸੀਂ ਜਾਣਨਾ ਹੈ ਕਿ ਅੱਗੇ ਇਹਨਾਂ ਦਾ ਵਿਜ਼ਨ ਕੀ ਹੈ ਔਰ ਸੰਗਤ ਨੂੰ ਜੋ ਸੰਦੇਸ਼ ਸਤਿਕਾਰਯੋਗ ਬਾਬਾ ਜੀ ਦੇਣਾ ਚਾਹਣਗੇ ਉਹ ਸੰਦੇਸ਼ ਵੀ ਆਪਾਂ ਸੁਣਨਾ ਹੈ, ਕਿਉਂਕਿ ਸਾਰੀਆਂ ਸੰਸਥਾਵਾਂ ਆਪ ਜੀ ਨੇ ਚੰਗੀ ਤਰ੍ਹਾਂ ਦੇਖੀਆਂ, ਆਨੰਦ ਮਾਣਿਆ, ਪਤਾ ਚੱਲਿਆ ਕਿ ਕੀ ਕਰ ਰਹੀਆਂ। ਸਤਿਕਾਰਯੋਗ ਬਾਬਾ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤੇ ਇਹ ਗੱਲ, ਇਹ ਬਹੁਤ ਕੁਝ ਕਰ ਲਿਆ ਹੋਇਆ ਹੈ, ਇੰਨਾ ਕੁਝ ਕਰ ਲਿਆ ਹੈ, ਸਤਿਗੁਰੂ ਨੇ ਕਰਵਾ ਦਿੱਤਾ ਹੈ। ਮਾਨਸ ਕਿਆ ਵਿਚਾਰਾ ਰਾਮ, ਅਸੀਂ ਤੇ ਕਰ ਨਹੀਂ ਸਕਦੇ। ਸਤਿਗੁਰੂ ਜੀ ਨੇ ਇੰਨਾ ਕੁਝ ਕਰਵਾ ਦਿੱਤਾ ਹੈ ਜੋ ਪੰਜਾਬ ਲਈ ਇੱਕ ਖਾਸ ਐਗਜ਼ੈਂਪਲ ਹੈ, ਜਿਸ ਦੀ ਲੋੜ ਸੀ ਪੰਜਾਬ ਨੂੰ। ਹੁਣ ਅਗਲਾ ਵਿਜ਼ਨ ਕੀ ਹੈ ਅਜੇ, ਕਿਉਂਕਿ ਜਦ ਤੱਕ ਇਨਸਾਨ ਜਿਉਂਦਾ, ਜਦ ਤੱਕ ਸਾਸ ਤਬ ਤੱਕ ਆਸ। ਅਗਲੀਆਂ ਆਸਾਂ ਕੀ ਹੈ? ਦੇਖੋ, ਤੁਸੀਂ ਜੋ ਸਾਰਾ ਕੋਈ ਖਡੂਰ ਸਾਹਿਬ ਪਾਵਨ ਧਰਤੀ ਤੇ ਤਾਂ ਦੇਖਿਆ, ਬਾਕੀ ਸਾਰੇ ਅਦਾਰੇ ਤੇ ਮਤਲਬ ਕਿਉਂਕਿ ਵਿੱਦਿਆ ਦਾ ਕਾਰਜ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇੱਥੋਂ ਹੀ ਸ਼ੁਰੂ ਕੀਤਾ ਸੀ। ਗੁਰਮੁਖੀ ਲਿਪੀ ਦਾ ਵਿਕਾਸ ਉਹਨੂੰ ਸਮਰਪਿਤ ਬਾਬਾ ਉਤਮ ਸਿੰਘ ਨੇ ਵਿੱਦਿਆ ਦੇ ਕਾਰ ਸੇਵਾ ਨਾਲ ਵਿੱਦਿਆ ਸ਼ੁਰੂ ਕੀਤਾ।
ਉਸ ਤੋਂ ਬਾਅਦ ਵਾਤਾਵਰਨ ਦਾ ਨਾਲ ਸ਼ੁਰੂ ਕੀਤਾ। ਔਰ ਜਿਵੇਂ ਨਿਸ਼ਾਨੇ ਸਿੱਖੀ 'ਚ ਹੋਰ ਕਾਰਜ ਜਿਵੇਂ NDA ਦਾ, IIT ਦਾ, PMT ਦਾ ਜਾਂ ਦੂਜੇ ਹੋਰ ਕਾਰਜ ਚੱਲ ਰਹੇ ਨੇ, ਉਹਨਾਂ ਵਿੱਚ ਸਿਵਲ ਸਰਵਿਸ ਦਾ ਹੈ ਵਿਚਾਰ ਅਧੀਨ ਵੀ ਅਗਲੇ ਸਾਲ ਜੇ ਗੁਰੂ ਨੂੰ ਪਾਇਆ ਜੀ ਤੇ ਗੁਰੂ ਨੇ ਮਿਹਰ ਕੀਤੀ ਤੇ ਉਹ ਬੱਚਿਆਂ ਨੂੰ ASI ਬਣਾਉਣ ਦਾ ਵੀ ਕੰਮ ਹਾਂਜੀ ਸਿਵਲ ਸਰਵਿਸ IAS IPS IRS ਉਹਨਾਂ ਦੀ ਬੱਚਿਆਂ ਨੂੰ ਮਤਲਬ ਤਿਆਰੀ ਕਰਵਾਈ ਜਾਵੇ ਤਾਂ ਕਿ ਜਿਹੜੇ ਬੱਚੇ ਸਾਡੇ ਜਿਹੜੇ ਮਤਲਬ ਹੋਣ ਦੀ ਸਮਰੱਥਾ ਹੈ ਨੇ ਪਰ ਉਹਨੂੰ ਮੌਕਾ ਨਹੀਂ ਗਾ ਮਿਲਦਾ ਤੇ ਉਹ ਜੇ ਗੁਰੂ ਨੂੰ ਪਾਇਆ ਤੇ ਸੱਚੇ ਪਾਤਸ਼ਾਹ ਨੂੰ ਅਗਲੇ ਸਾਲ ਦਾ ਟੀਚਾ ਹੈਗਾ ਅੱਗੇ ਜੋ ਗੁਰੂ ਨੂੰ ਮਨਜ਼ੂਰ ਹੈ ਪਾਤਸ਼ਾਹ। ਇਹ ਸਾਰਾ ਅਸੀਂ ਇਹ ਕਹਿ ਸਕਦੇ ਹਾਂ ਕਿ ਆਪ ਜੀ ਜ਼ਰੀਆ ਬਣੇ ਜਾਂ ਸੰਤ ਬਾਬਾ ਗੁਰਮੁਖ ਸਿੰਘ ਜੀ, ਸੰਤ ਬਾਬਾ ਉੱਤਮ ਸਿੰਘ ਜੀ ਜ਼ਰੀਆ ਬਣੇ ਤੇ ਸਾਰੀ ਸੰਗਤ ਦਾ ਤਿਲ ਫੁੱਲ ਹੈ ਜਿਹੜਾ ਉਸ ਦੇ ਨਾਲ ਇਹ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਸਥਾਪਿਤ ਹੋ ਗਈਆਂ ਤੇ ਅੱਜ ਇੱਕ ਦੋ ਨਹੀਂ ਲੱਖਾਂ ਬੱਚਿਆਂ ਨੂੰ ਇਹਨਾਂ ਜਗ੍ਹਾ ਤੋਂ ਜਿਹੜਾ ਹੈ ਉਹ ਵਿੱਦਿਆ ਮਿਲ ਰਹੀ ਹੈ। ਉਹਨਾਂ ਸੰਗਤਾਂ ਦੇ ਵਾਸਤੇ ਕੀ ਸੰਦੇਸ਼ ਜਿਨ੍ਹਾਂ ਦਾ ਤਿਲ ਫੁੱਲ ਇਸ ਸੇਵਾ ਦੇ ਵਿੱਚ ਪਿਆ ਹੈ, ਸਾਰੀ ਸੰਗਤ ਲਈ ਕੀ ਸੰਦੇਸ਼? ਇਹ ਤੇ ਗੁਰੂ ਮਹਾਰਾਜ ਸਭ ਗੁਰੂ ਦੀਆਂ ਸੰਗਤਾਂ ਦਾ ਹੀ ਹੈ ਜੀ ਦਸਵੰਧ ਜੋ ਸੰਗਤਾਂ ਦੀਆਂ ਯਤਨ ਕਰੀਦੇ ਨੇ ਵੀ ਕਿਉਂਕਿ ਤੇ ਸਾਰੇ ਕਾਰ ਸੇਵਾ ਦੇ ਵੀ ਚੱਲਦੇ ਨੇ, ਵਾਤਾਵਰਨ ਦੇ ਵੀ, ਖੇਡਾਂ ਦੇ ਵੀ, ਵਿੱਦਿਆ ਦੇ ਵੀ ਤੇ ਜਿਸ ਭਾਵਨਾ ਦੇ ਨਾਲ ਸੰਗਤ ਦੀ ਹੁੰਦੀ ਵੀ ਸਾਡੀ ਵਿੱਦਿਆ ਦੇ ਸੇਵਾ, ਸਾਡੀ ਖੇਡਾਂ ਤੇ, ਸਾਡੀ ਲੰਗਰਾਂ ਤੇ, ਸਾਡੀ ਕਾਰ ਸੇਵਾ 'ਚ ਜਾਂ ਜਿਸ ਵਾਤਾਵਰਨ 'ਚ ਉਸ ਮੁਤਾਬਕ ਹੀ ਇਹ ਸਾਰੀ ਸੇਵਾ ਲੱਗਦੀ ਹੈ। ਜਿਵੇਂ ਨਿਸ਼ਾਨੇ ਸਿੱਖੀ ਮੇਨ ਬਿਲਡਿੰਗ ਹੈਗੀ ਜਾਂ ਨਿਸ਼ਾਨੇ ਸਿੱਖੀ ਇੰਟਰਨੈਸ਼ਨਲ ਸਕੂਲ ਹੈਗਾ, ਇਹ ਸੇਵਾ ਤੇ ਸਰਦਾਰ ਕਰਤਾਰ ਸਿੰਘ ਟਕਲਾ ਸਿੰਘਾਪੁਰ ਨਿਵਾਸੀ ਉਹਨਾਂ ਨੇ ਬੜੇ ਪਿਆਰ ਸ਼ਰਧਾ ਦੇ ਨਾਲ ਭਾਵਨਾ ਵਾਲੇ ਵਿੱਦਿਆ ਨੂੰ ਕਾਰਜ ਕੀਤੀ ਹੈ। ਬਾਕੀ ਵੀ ਦੇਸ਼ ਵਿਦੇਸ਼ ਸੰਗਤ ਹਮੇਸ਼ਾ ਹੀ ਗੁਰੂ ਘਰ ਦੀ ਸੰਗਤ ਸੇਵਾ ਵਾਸਤੇ ਉਹ ਤਤਪਰ ਰਹਿੰਦੀ ਆ। ਜੋ ਵੀ ਕੋਈ ਪ੍ਰੋਗਰਾਮ ਇੱਥੇ ਲਿਖੇ ਜਾਂਦੇ ਨੇ ਗੁਰੂ ਘਰ ਵੱਲੋਂ ਸੰਗਤਾਂ ਵੱਲੋਂ, ਉਹ ਹਮੇਸ਼ਾ ਸੰਗਤਾਂ ਦੇ ਬੜਾ ਪਿਆਰ ਬੜੀ ਸ਼ਰਧਾ ਦੇ ਨਾਲ ਸਹਿਯੋਗ ਦਿੱਤਾ ਤੇ ਇਹ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਜਿਸ ਕਾ ਕਾਰਜ ਤੇ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਜੀਵ ਤੇ ਜਾਬੇ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੋਰ ਮੈਂ ਫਿਰਤਾ। ਇਹ ਜੀਵ ਤੇ ਕੋਈ ਕਰ ਨਹੀਂ ਸਕਦਾ, ਸਮਰੱਥਾ ਹੈਗੀ ਆ ਨਾ ਕੋਈ ਕਰ ਸਕਦਾ ਹੈ। ਇਹ ਵਾਹਿਗੁਰੂ ਜੋ ਵੀ ਫੁਰਨੇ ਜਾਂ ਜੋ ਵੀ ਸੰਕਲਪ ਜੋ ਵੀ ਮਹਾਰਾਜ ਵਿਚਾਰਾਂ ਦਿੰਦਾ ਹੈ, ਜੋ ਵੀ ਬੁੱਧੀ ਦਿੰਦਾ ਹੈ ਉਸ ਮੁਤਾਬਕ ਗੁਰੂ ਆਪ ਕਾਰਜ ਕਰਾਉਂਦੇ ਮਹਾਰਾਜ। ਵਾਕਿਆ ਜੀ ਬਹੁਤ ਵਧੀਆ ਮਹਾਂਪੁਰਸ਼ਾਂ ਕਿਹਾ। ਵੈਸੇ ਗੁਰਬਾਣੀ ਇਹ ਵੀ ਕਹਿੰਦੀ ਹੈ ਸਤਿਗੁਰ ਕੀ ਸੇਵਾ ਗਾਖੜੀ, ਇਹ ਸੇਵਾ ਕੋਈ ਇੰਨੀ ਸੌਖੀ ਨਹੀਂ। ਔਰ ਮੈਂ ਖੁਦ ਮਹਾਂਪੁਰਸ਼ਾਂ ਨੂੰ ਦੇਖਦਾ ਹਾਂ ਕਿ ਮੈਨੂੰ ਗੁਜਰਾਤ ਵਿੱਚ ਮੁੰਬਈ ਵਿੱਚ ਮਿਲੇ ਕਿਸ ਤਰ੍ਹਾਂ ਮਹਾਂਪੁਰਸ਼ ਹੈ ਜਿਹੜੇ ਦਿਨ ਰਾਤ ਇੱਕ ਕਰਕੇ ਥਾਂ ਤੇ ਜਾ ਕੇ ਸੰਗਤਾਂ ਨੇ ਜਿਹੜਾ ਵਾ ਉਹਨਾਂ ਦਾ ਦਸਵੰਧ ਕਲੈਕਟ ਕਰਕੇ ਲਿਆਉਣਾ ਔਰ ਉਸ ਤੋਂ ਬਾਅਦ ਇਹ ਸੰਸਥਾਵਾਂ ਬਣਾਉਣੀਆਂ। ਉਦੋਂ ਤੋਂ ਹੀ ਸਾਧ ਸੰਗਤ ਜੀ ਮੈਂ ਮਹਾਂਪੁਰਸ਼ਾਂ ਨੂੰ ਪਿਛਲੇ ਸਾਲ ਮੁੰਬਈ ਦੇ ਵਿੱਚ ਮਿਲਿਆ ਸੀ, ਫਿਰ ਗੁਜਰਾਤ ਵਾਪੀ ਮਿਲਿਆ ਸੀ। ਉੱਥੇ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ, ਮਹਾਂਪੁਰਸ਼ਾਂ ਨੇ ਜੋ ਚੀਜ਼ਾਂ ਦੱਸੀਆਂ ਉਹ ਆ ਕੇ ਅੱਖੀਂ ਵੇਖਿਆ ਤੇ ਜਿੰਨਾ ਦੱਸਿਆ ਸੀ ਮੈਂ ਹੁਣ ਇਹ ਇੱਛਾ ਸੀ ਕਿ ਉਹ ਸਭ ਕੁਝ ਆਪ ਜੀ ਨੂੰ ਦਿਖਾਵਾਂ ਕੈਮਰੇ ਦੀ ਅੱਖ ਦੇ ਨਾਲ ਕਿ ਜੋ ਕੁਝ ਵੀ ਮਹਾਂਪੁਰਸ਼ਾਂ ਨੇ ਕੰਮ ਕੀਤੇ ਆ ਉਹ ਕੋਈ ਛੋਟੇ ਕੰਮ ਨਹੀਂ। ਸਾਡੀ ਸਤਿਗੁਰਾਂ ਦੇ ਚਰਨਾਂ 'ਚ ਇਹੀ ਅਰਦਾਸ ਕਿ ਸਤਿਗੁਰੂ ਇਹ ਸੇਵਾ ਆਪ ਇਸੇ ਤਰ੍ਹਾਂ ਹੀ ਲੈਂਦੇ ਰਹਿਣ ਜਦ ਤੱਕ ਸਾਸ ਨੇ, ਉਦੋਂ ਤੱਕ ਇਹ ਸੇਵਾ ਸਤਿਗੁਰੂ ਜੀ ਇਹਨਾਂ ਗੁਰੂ ਪਿਆਰਿਆਂ ਤੋਂ ਲੈਂਦੇ ਰਹਿਣ ਔਰ ਮਾਨਵਤਾ ਦੇ ਭਲੇ ਲਈ ਕੰਮ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।